ਅੱਜ ਇਹਨੂੰ ਸ਼ਰੀਫ ਤੇ ਦਿੱਤਾ ਗਿਆ ਉਹ ਕਿਸ ਤੋਂ ਦਿੱਤਾ ਜਾ ਰਿਹਾ ਦੇ ਵਿੱਚ ਕਿਸ ਉਸ ਨਜਾਤ ਦਹਿੰਦੇ ਨੂੰ ਉਸ ਬਚਾਉਣ ਵਾਲੇ ਨੂੰ ਸ਼ਰੀਫ ਤੇ ਚਾੜ ਦਿੱਤਾ ਗਿਆ ਕਰਦੇ ਅੱਜ ਉਹ ਟਾਈਮ ਸੀ ਅੱਜ ਦਾ ਦਿਨ ਉਹ ਦਿਨ ਸੀ ਕਿ ਜਿਸ ਦਿਨ ਉਹਨੂੰ ਮਾਰ ਦਿੱਤਾ ਗਿਆ ਤੇ ਅਗਰ ਬਰਾਬਰ ਦਾ ਸੀ ਮਤਲਬ ਦੇਖੀ ਤੇ ਬਰਾਬਰ ਦਾ ਮਤਲਬ ਬਾਪ ਦਾ ਬੇਟਾ ਹੈ ਯਿਸੂ ਮਸੀਹ ਦੀ ਮੌਤ ਨੇ ਗੁਨਾਹਗਾਰ ਨੂੰ ਉੱਥੇ ਵੀ ਛਡਾਇਆ ਉਹ ਗੁਨਾਹਗਾਰ ਸੀ ਉਸ ਗੁਨਾਹਗਾਰ ਨੂੰ ਵੀ ਉਹਦੀ ਮੌਤ ਤੇ ਛਡਾਇਆ ਉਹ ਇਹ ਪਾਵਰ ਰੱਖਦਾ ਸੀ ਜਦੋਂ ਇਹ ਸਾਰਾ ਕੁਝ ਹੋਇਆ ਸੀ ਉਦੋਂ ਕਿਸੇ ਨੂੰ ਨਹੀਂ ਸੀ ਪਤਾ ਉਦੋਂ ਸ਼ਾਗਿਰਦਾਂ ਨੂੰ ਨਹੀਂ ਸੀ ਪਤਾ ਉਦੋਂ ਮੁਕੱਦਸਾ ਮਰੀਮ ਨੂੰ ਨਹੀਂ ਸੀ ਪਤਾ ਉਦੋਂ ਜਾਣਨ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਕੀ ਖੇਡ ਖੇਡੀ ਜਾ ਰਹੀ ਹੈ ਅੱਜ ਇਹਨੂੰ ਸਲੀਬ ਤੇ ਦਿੱਤਾ ਗਿਆ ਉਹ ਕਿਸ ਤੋਂ ਦਿੱਤਾ ਜਾ ਰਿਹਾ ਕਿਸ ਵਜ੍ਹਾ ਤੋਂ ਇਹਨੂੰ ਬਰਦਾਸ਼ਤ ਕਰਨਾ ਪੈ ਰਿਹਾ ਕਿਸ ਵਜ੍ਹਾ ਤੋਂ ਉਹਨੂੰ ਕੋੜੇ ਮਾਰੇ ਜਾ ਰਹੇ ਨੇ ਕਿਸ ਵਜ੍ਹਾ ਤੋਂ ਕੋੜੇ ਮਾਰੇ ਜਾਂਦੇ ਨੇ ਤੇ ਉਹਨਾਂ ਕੋੜਿਆਂ ਦੇ ਨਾਲ ਉਹਦਾ ਜਿਸਮ ਜਿਹੜਾ ਉਹ ਛੇਦਿਆ ਜਾਂਦਾ ਹੈ ਉਹਦੇ ਵਿੱਚੋਂ ਮਾਸ ਨਿਕਲਦਾ ਜਦੋਂ ਕੋੜੇ ਮਾਰੇ ਜਾਂਦੇ ਨੇ ਇਸ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ ਉਹ ਜਿਹਨੂੰ ਕੁਝ ਦਿਨ ਪਹਿਲੇ ਜਿਹਦੇ ਬਾਰੇ ਗੱਲ ਕਰੀਏ ਤੇ ਕੁਝ ਦਿਨ ਪਹਿਲੇ ਜਿਹਦੇ ਨਾਲ ਅਸੀਂ ਮਾਮਲਾ ਵੇਖਿਆ ਕਿ ਉਹਦਾ ਇਸਤਕਬਾਲ ਕੀਤਾ ਗਿਆ ਲੋਕਾਂ ਨੇ ਜਿਹਦਾ ਇਸਤਕਬਾਲ ਕੀਤਾ ਕਿ ਤੂੰ ਸਾਡਾ ਬਾਦਸ਼ਾਹ ਹੈ ਤੂੰ ਸਾਡਾ ਨਜਾਤ ਦੇਣ ਵਾਲਾ ਹੈ ਤੂੰ ਹੀ ਸਾਨੂੰ ਬਚਾਏਗਾ ਹੋਸ਼ਨਾ ਦੇ ਨਾਰੇ ਲਾਏ ਇਹ ਸਾਰਾ ਕੁਝ ਕਰਨ ਦੇ ਬਾਅਦ ਉਸ ਤੋਂ ਬਾਅਦ ਅੱਜ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਇਸ ਦਿਨ ਦੇ ਵਿੱਚ ਉਸ ਨਜਾਤ ਦਹਿੰਦੇ ਨੂੰ ਉਸ ਬਚਾਉਣ ਵਾਲੇ ਨੂੰ ਸਲੀਬ ਤੇ ਚਾੜ ਦਿੱਤਾ ਗਿਆ ਉਹਨੂੰ ਮਾਰ ਦਿੱਤਾ ਗਿਆ ਉਹਨੂੰ ਸਲੀਬ ਤੇ ਚੜਾਇਆ ਗਿਆ ਇਸ ਤੋਂ ਨਹੀਂ ਕਿ ਮੁਰਦਿਆਂ ਚੋਂ ਜ਼ਿੰਦਾ ਹੋਏਗਾ ਇਸ ਤੋਂ ਕਿ ਮਰ ਗਿਆ ਇਹ ਇਸ ਗੱਲ ਨੂੰ ਜਾਣਦੇ ਹੋਏ ਨਹੀਂ ਕਿ ਅਸੀਂ ਇਹਨੂੰ ਮਾਰਾਂਗੇ ਤੇ ਉੱਠ ਜਾਏਗਾ ਇਸ ਤੋਂ ਨਹੀਂ ਇਸ ਤੋਂ ਮਾਰਿਆ ਗਿਆ ਕਿ ਨਹੀਂ ਜ਼ਿੰਦਗੀ ਖਤਮ ਕਹਾਣੀ ਖਤਮ ਗੱਲਾਂ ਖਤਮ ਮੁਰਦੇ ਜ਼ਿੰਦੇ ਕਰਨ ਵਾਲਾ ਬੰਦਾ ਉਹ ਜਿਹੜਾ ਜਾਏ ਤੇ ਯਾਇਰ ਦੀ ਬੇਟੀ ਨੂੰ ਜ਼ਿੰਦਾ ਕਰ ਦੇ ਉਹ ਜਿਹੜਾ ਜਾਏ ਤੇ ਬੇਵਾ ਦੇ ਬੇਟੇ ਨੂੰ ਜਿਹਦਾ ਜਨਾਜ਼ਾ ਲੈ ਕੇ ਜਾ ਰਹੇ ਨੇ ਜਿਹਨੂੰ ਜ਼ਿੰਦਾ ਕਰ ਦੇ ਉਹ ਜਿਹੜਾ ਜਾਏ ਤੇ ਲਾਜ਼ਰ ਵਰਗੇ ਨੂੰ ਜਿਹੜਾ 4 ਦਿਨਾਂ ਦਾ ਮਰਿਆ ਏ ਉਹਨੂੰ ਜ਼ਿੰਦਾ ਕਰ ਦੇ ਅੱਜ ਉਹ ਟਾਈਮ ਸੀ ਅੱਜ ਦਾ ਦਿਨ ਉਹ ਦਿਨ ਸੀ ਕਿ ਜਿਸ ਦਿਨ ਉਹਨੂੰ ਮਾਰ ਦਿੱਤਾ ਗਿਆ ਉਹਨੂੰ ਹਲਾਕ ਕੀਤਾ ਗਿਆ ਉਹਨੂੰ ਸਲੀਬ ਤੇ ਚਾੜਿਆ ਗਿਆ ਉਹਦੀ ਜ਼ਿੰਦਗੀ ਨੂੰ ਮਿਟਾ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਕਿਸ ਤੋਂ ਕਿਉਂਕਿ ਚੰਗਾ ਸੀ ਇਸ ਤੋਂ ਨਹੀਂ ਕਿ ਉਹਦੇ ਸਰ 5 ਤੋਂ 6 ਬਾਦਸ਼ਾਹਾਂ ਦੇ ਕੋਲ ਲੈ ਕੇ ਗਏ ਸੀ ਉਹਨੂੰ ਲਜਾਇਆ ਗਿਆ ਉਹਨੂੰ ਬਾਦਸ਼ਾਹਾਂ ਦੇ ਕੋਲ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਗਿਆ ਤੇ ਬਾਦਸ਼ਾਹਾਂ ਦਾ ਬਿਆਨ ਐ ਸੀ ਕਿ ਅਸੀਂ ਕੋਈ ਗੁਨਾਹ ਨਹੀਂ ਵੇਂਦੇ ਇਸ ਬੰਦੇ ਦੇ ਵਿੱਚ ਜਿਹਨੂੰ ਤੁਸੀਂ ਲੈ ਕੇ ਆਏ ਹੋ ਅਸੀਂ ਕੋਈ ਗੁਨਾਹ ਨਹੀਂ ਵੇਂਦੇ ਇਹਦੇ ਵਿੱਚ ਬਾਦਸ਼ਾਹਾਂ ਨੇ ਕਿਹਾ ਕਿ ਨਹੀਂ ਅਸੀਂ ਇਹਨੂੰ ਸਲੀਬ ਤੇ ਨਹੀਂ ਚਾੜ ਸਕਦੇ ਜੋ ਤੁਸੀਂ ਕਹਿ ਰਹੇ ਹੋ ਅਸੀਂ ਉਹ ਕਰ ਨਹੀਂ ਸਕਦੇ ਕਿਉਂ ਕਿਉਂਕਿ ਅਸੀਂ ਇਸ ਬੰਦੇ ਦੇ ਵਿੱਚ ਗੁਨਾਹ ਹੀ ਨਹੀਂ ਵੇਂਦੇ ਅਸੀਂ ਕਿੰਜ ਦੇ ਦਈਏ ਸਲੀਬ ਪਰ ਉਹਨੂੰ ਮਾਰਨ ਦੇ ਵਿੱਚ ਜਿਹੜੇ ਲੋਕ ਸਨ ਨਾ ਉਹ ਲੋਕ ਸਨ ਜਿਹੜੇ ਉਹਦੇ ਆਪਣੇ ਸਨ ਉਹ ਸਨ ਜਿਨ੍ਹਾਂ ਨੂੰ ਹਸਦ ਸੀ ਇਸ ਗੱਲ ਤੋਂ ਕਿ ਨਹੀਂ ਇਹ ਹਟ ਕੇ ਵੇ ਇਹ ਸਾਡੇ ਵਰਗਾ ਨਹੀਂ ਹੈ ਸਦੂਕੀ ਫਰੀਸੀ ਫੱਕੀ ਇਹਨਾਂ ਦਾ ਮਾਮਲਾ ਇਹ ਸੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਖੇਡ ਰਹੇ ਸੀ ਇਸ ਸਾਰੇ ਨਿਜ਼ਾਮ ਦੇ ਪਿੱਛੇ ਜਾਂ ਮੈਂ ਸਾਦਾ ਕਵਾਂ ਕਿ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀ ਉਹ ਸਦੂਕੀ ਤੇ ਫਰੀਸੀ ਤੇ ਫੱਕੀ ਸਨ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਗਿਆ ਜਿਹੜੇ ਜਾ ਕੇ ਅਦਾਲਤ ਦੇ ਵਿੱਚ ਜਾ ਕੇ ਜਿਹੜੇ ਸਾਰਾ ਕੁਝ ਪੇਸ਼ ਕਰਦੇ ਸਨ ਕਿ ਨਹੀਂ ਫਿਰ ਜਾ ਕੇ ਉਹਦੇ ਤੇ ਇਲਜ਼ਾਮ ਲਾਉਂਦੇ ਸਨ ਝੂਠੇ ਇਲਜ਼ਾਮ ਲਾਉਂਦੇ ਸਨ ਉਹਦੇ ਤੇ ਝੂਠੇ ਇਲਜ਼ਾਮ ਲਾ ਕੇ ਤੇ ਫਿਰ ਇੱਕ ਹੋਰ ਗੱਲ ਕਰਦੇ ਸਨ ਕਿ ਇਹ ਆਪਣੇ ਆਪ ਨੂੰ ਬਾਦਸ਼ਾਹ ਡਿਕਲੇਅਰ ਕਰਦਾ ਹੈ ਇਹ ਆਪਣੇ ਆਪ ਨੂੰ ਇਬਨ ਆਦਮ ਕਹਿੰਦਾ ਹੈ ਖੁਦਾ ਦਾ ਬੇਟਾ ਕਹਿੰਦਾ ਹੈ ਉਹ ਕਹਿੰਦੇ ਬਾਦਸ਼ਾਹ ਕਹਿੰਦੇ ਅੱਛਾ ਇਸ ਗੱਲ ਮੈਂ ਕਿੰਜ ਸਲੀਬ ਤੇ ਚੜਾ ਦਿਆਂ ਨੂੰ ਕਿੰਜ ਮਾਰ ਦਿਆਂ ਨੂੰ ਇਸ ਗੱਲ ਤੋਂ ਤੁਸੀਂ ਵੀ ਕਹਿ ਲਵੋ ਤੁਸੀਂ ਵੀ ਕਹੋ ਇਹ ਕਿਹੜੀ ਗੱਲ ਹੈ ਹੁਣ ਮੈਂ ਇਸ ਤੋਂ ਇੱਕ ਬੰਦੇ ਨੂੰ ਸਲੀਬ ਤੇ ਚੜਾ ਦਿਆਂ ਫਿਰ ਇੱਕ ਬੰਦੇ ਨੂੰ ਉਹਨਾਂ ਨੇ ਗੱਲ ਕੀਤੀ ਕਿ ਇੱਕ ਬੰਦਾ ਐਸਾ ਹਰ ਸਾਲ ਇੱਕ ਬੰਦੇ ਨੂੰ ਛੱਡਿਆ ਜਾਂਦਾ ਚਲੋ ਤੁਸੀਂ ਇਹ ਗੁਨਾਹਗਾਰ ਹੋ ਇਹਨੂੰ ਛੱਡ ਦਿਓ ਬਾਦਸ਼ਾਹ ਵੀ ਚਾਹੁੰਦਾ ਸੀ ਕਿ ਚਲੋ ਇੱਕ ਸਾਲ ਦੇ ਵਿੱਚ ਇੱਕ ਬੰਦਾ ਜਿਹੜਾ ਛੱਡਿਆ ਜਾਂਦਾ ਨੇ ਇੱਕ ਗੁਨਾਹਗਾਰ ਡਿਕਲੇਅਰ ਕਰਨ ਕਿ ਗੁਨਾਹਗਾਰ ਹੈ ਇੰਜ ਕਰਨਾ ਵਾ ਕਿ ਚਲੋ ਇੱਕ ਗੁਨਾਹਗਾਰ ਨੂੰ ਛੱਡਿਆ ਜਾਂਦਾ ਤੇ ਮੈਂ ਇਹਨੂੰ ਹੀ ਛੱਡ ਦੇਣਾ ਜੇ ਗੱਲ ਕਰਦੇ ਨੇ ਤੇ ਉਹਨਾਂ ਨੇ ਕਿਹਾ ਨਹੀਂ ਇਹਨੂੰ ਨਹੀਂ ਛੱਡਣਾ ਤੂੰ ਇਹਦੀ ਜਗ੍ਹਾ ਤੇ ਬਰਾਬਾ ਨੂੰ ਛੱਡ ਜਿਹੜਾ ਡਾਕੂ ਹੈ ਉਹਨੂੰ ਛੱਡ ਉਸ ਡਾਕੂ ਨੂੰ ਛੱਡ ਦੇ ਇਹਨੂੰ ਨਹੀਂ ਛੱਡਣਾ ਉਸ ਡਾਕੂ ਨੂੰ ਛੱਡ ਤੇ ਅਗਰ ਬਰਾਬਾ ਦਾ ਸੀ ਮਤਲਬ ਦੇਖੀ ਤੇ ਬਰਾਬਾ ਦਾ ਮਤਲਬ ਬਾਪ ਦਾ ਬੇਟਾ ਹੈ ਬਾਪ ਦੇ ਬੇਟੇ ਨੂੰ ਯਿਸੂ ਮਸੀਹ ਦੀ ਮੌਤ ਨੇ ਗੁਨਾਹਗਾਰ ਨੂੰ ਉੱਥੇ ਵੀ ਛਡਾਇਆ ਉਹ ਗੁਨਾਹਗਾਰ ਸੀ ਉਸ ਗੁਨਾਹਗਾਰ ਨੂੰ ਵੀ ਉਹਦੀ ਮੌਤ ਨੇ ਛਡਾਇਆ ਉਹ ਇਹ ਪਾਵਰ ਰੱਖਦਾ ਸੀ ਕਿ ਇੱਕ ਬੇਟਾ ਜਿਹੜਾ ਇੱਕੋ ਬੇਟਾ ਬਰਾਬਾ
ਜਿਹੜਾ ਗੁਨੇਗਾਰ ਹੈ, ਇੱਕ ਉਹ ਬੇਟਾ ਜਿਹੜਾ ਗੁਨੇਗਾਰ ਹੈ, ਇੱਕ ਉਹ ਜਿਹੜਾ ਡਾਕੂ ਹੈ, ਜਿਹੜਾ ਪ੍ਰੋਬਲਮ ਚ ਵੇ, ਜਿਹਨੇ ਮਸਲੇ ਬਣਾਏ, ਜਿਹਨੇ ਲੋਕਾਂ ਵਾਸਤੇ ਪ੍ਰੋਬਲਮ ਖੜੀ ਕੀਤੀ। ਇੱਕ ਉਹ ਬੇਟਾ ਹੈ ਜਿਹਨੇ ਪ੍ਰੋਬਲਮ ਖੜੀ ਕੀਤੀ, ਉਹਨੂੰ ਛਡਾਣ ਆਇਆ ਹੈ। ਆਇਆ ਕਿਹੜਾ ਬੇਟਾ? ਜਿਹੜਾ ਬੇਗੁਨਾਹ ਹੈ, ਜਿਹਦੇ ਚ ਗੁਨਾਹ ਸਾਬਤ ਨਹੀਂ ਹੋਇਆ, ਤੇ ਉਹਨੇ ਜਿਹਦੇ ਚ ਗੁਨਾਹ ਸਾਬਤ ਨਹੀਂ ਹੋਇਆ, ਉਹਨੇ ਉਹਨੂੰ ਛਡਾਇਆ ਜਿਹਦੇ ਚ ਸਾਬਤ ਹੈ ਸਾਰਾ ਕੁਝ। ਐ ਵੀ ਯਿਸੂ ਮਸੀਹ, ਐ ਵੀ ਯਿਸੂ ਮਸੀਹ ਜਿਹੜਾ ਬੇਗੁਨਾਹ ਹੈ, ਐ ਵੀ ਯਿਸੂ ਮਸੀਹ ਜਿਹਦੇ ਚ ਗੁਨਾਹ, ਜਿਸ ਜ਼ਾਤ ਵਿੱਚ ਕੋਈ ਗੁਨਾਹ ਸਾਬਤ ਸਕਿਆ, ਇਹ ਯਿਸੂ ਮਸੀਹ ਹੈ। ਇਹ ਵੀ ਯਿਸੂ ਮਸੀਹ ਜਿਹੜਾ ਆਇਆ ਤੇ ਦੁਨੀਆ ਦਾ ਨਿਜ਼ਾਮ ਚੇਂਜ ਕਰਕੇ ਗਿਆ, ਜਿਹੜਾ ਆਇਆ ਤੇ ਬਾਪ ਦੇ ਨਾਲ ਰਿਲੇਸ਼ਨ ਬਹਾਲ ਕਰਕੇ ਗਿਆ, ਜਿਹੜਾ ਆਇਆ ਉਹਨੇ ਆ ਕੇ ਦੱਸਿਆ ਕਿ ਤੁਸੀਂ ਬੇਟੇ ਹੋ, ਜਿਹੜਾ ਆਇਆ ਤੇ ਉਹਨੇ ਆ ਕੇ ਦੱਸਿਆ ਕਿ ਇਬਲੀਸ ਤੁਹਾਡਾ ਦੁਸ਼ਮਣ ਹੈ, ਉਹ ਆਇਆ ਤੇ ਉਹਨੇ ਆ ਕੇ ਦੱਸਿਆ ਕਿ ਆਪਣੇ ਕੰਮਾਂ ਨੂੰ ਪਹਿਚਾਨੋ। ਜਿਹੜੀ ਖੇਡ ਅਦਨ ਦੇ ਵਿੱਚ ਖੇਡੀ ਗਈ ਸੀ, ਜਿਹੜਾ ਕੰਮ ਅਦਨ ਚ ਕੀਤਾ ਗਿਆ, ਉਹ ਕੀ ਸੀ? ਆਦਮ ਨੂੰ ਬਣਾਇਆ ਗਿਆ, ਆਦਮ ਨੂੰ ਬਣਾਇਆ ਗਿਆ ਤੇ ਹਰ ਇੱਕ ਚੀਜ਼ ਦਾ ਕੰਟਰੋਲ ਉਹਨੂੰ ਦੇ ਦਿੱਤਾ। ਚਰਿੰਦ ਪਰਿੰਦ ਦਰਖਤ ਹਰ ਇੱਕ ਚੀਜ਼ ਉਹਨੂੰ ਦਿੱਤੀ ਗਈ। ਕਹਿ ਲਾ ਜਾ ਤੇ ਇਹਦੇ ਤੇ ਹਕੂਮਤ ਕਰ, ਜਾ ਤੇ ਇਖਤਿਆਰ ਰੱਖ ਇਹਨਾਂ ਚੀਜ਼ਾਂ ਤੇ, ਹਰ ਇੱਕ ਚੀਜ਼ ਨੂੰ ਮੈਂ ਤੇਰੇ ਕੰਟਰੋਲ 'ਚ ਦੇ ਦਿੱਤਾ। ਜਾ ਤੇ ਜਾ ਕੇ ਇਖਤਿਆਰ ਰੱਖ, ਹਰ ਇੱਕ ਚੀਜ਼ ਤੇ ਕੰਟਰੋਲ ਤੇਰਾ ਹੈ। ਜਾ ਜਾਨਵਰਾਂ ਦੇ ਨਾਂ ਰੱਖ, ਜਾ ਜੜੀ ਬੂਟੀਆਂ, ਹਰ ਇੱਕ ਚੀਜ਼ ਜੋ ਕਰਨਾ ਤੂੰ ਕਰਨਾ ਹੈ। ਅਸਮਾਨ ਦੇ ਪਰਿੰਦੇ ਤੇ ਜ਼ਮੀਨ ਦੇ ਜਾਨਵਰ ਤੇ ਸਮੁੰਦਰ ਦੀ ਮਛਲੀਆਂ, ਹਰ ਇੱਕ ਚੀਜ਼ ਤੇ ਤੇਰਾ ਕੰਟਰੋਲ ਹੈ। ਉਹਨੇ ਨਾਂ ਰੱਖੇ। ਤੁਸੀਂ ਸੋਚੋ ਕਿੰਨੀ ਜ਼ਬਰਦਸਤ ਖੇਡ ਹੈ ਕਿ ਖੁਦਾ ਨੇ ਇਨਸਾਨ ਦੇ ਨਾਲ ਇਸ ਤਰ੍ਹਾਂ ਦਾ ਤਲਕ ਬਣਾਇਆ ਕਿ ਜਾਨਵਰ ਬਣਾਉਂਦਾ ਖੁਦ ਆਦਮ ਦੇ ਕੋਲ ਲਿਆਂਦਾ ਤੇ ਉਹਨੂੰ ਕਹਿੰਦਾ ਨਾ ਤੂੰ ਰੱਖ, ਤੂੰ ਇਹਨਾਂ ਦੇ ਨਾਂ ਰੱਖ, ਤੂੰ ਜੋ ਚਾਹਨਾ ਇਹਨਾਂ ਤੇ ਕਰ, ਤੂੰ ਇਹਨਾਂ ਤੇ ਕੰਟਰੋਲ ਰੱਖ, ਤੂੰ ਹਰ ਇੱਕ ਚੀਜ਼ ਨੂੰ ਨਾ ਦੇ, ਤੂੰ ਇਹਨਾਂ ਤੇ ਹੁਕਮਰਾਨੀ ਕਰ, ਹਰ ਇੱਕ ਚੀਜ਼ ਤੇਰੇ ਕੰਟਰੋਲ 'ਚ ਵੇ, ਹਰ ਇੱਕ ਚੀਜ਼ ਮੈਂ ਤੈਨੂੰ ਦੇ ਦਿੱਤੀ, ਹਰ ਇੱਕ ਚੀਜ਼ ਤੇ ਤੇਰਾ ਅਖਤਿਆਰ ਹੈ, ਮੈਂ ਤੈਨੂੰ ਕੰਟਰੋਲ ਦਿੱਤਾ, ਮੈਂ ਤੈਨੂੰ ਆਪਣੀ ਛਵੀ ਤੇ ਬਣਾਇਆ। ਮੈਂ ਚਾਹੁੰਦਾ ਤੇ ਮੈਂ ਬਣਾ ਕੇ ਤੇ ਤੈਨੂੰ ਕਹਿੰਦਾ ਕਿ ਜੀਤੀ ਜਾਨ ਹੋ ਜਾ, ਤੇ ਤੂੰ ਹੋ ਜਾਣਾ ਸੀ, ਪਰ ਮੈਂ ਤੈਨੂੰ ਦਮ ਦਿੱਤਾ, ਮੈਂ ਤੈਨੂੰ ਆਪਣਾ ਦਮ ਦਿੱਤਾ, ਮੈਂ ਤੈਨੂੰ ਦਮ ਦਿੱਤਾ, ਮੈਂ ਤੈਨੂੰ ਆਪਣੀ ਛਵੀ ਤੇ ਬਣਾਇਆ, ਮੈਂ ਅਖਤਿਆਰਾਤ ਤੈਨੂੰ ਦੇ ਦਿੱਤੇ, ਜਾ ਤੇ ਜੋ ਕਰਨਾ ਹੀ ਕਰ, ਪਰ ਜੇ ਤੇਰੀ ਮੇਰੇ ਨਾਲ ਮੁਹੱਬਤ ਤੇ ਇਹ ਕੰਮ ਨਾ ਕਰੀ, ਜੇ ਤੇਰੀ ਮੇਰੇ ਨਾਲ ਮੁਹੱਬਤ ਹੈ ਨਾ ਤੇ ਇਹ ਕੰਮ ਨਾ ਕਰੀ, ਇਧਰ ਜਿਹੜਾ ਲੱਗਾ ਇਹਨੂੰ ਨਾ ਖਾਈ, ਸਿਰਫ ਇਹ ਕੰਮ ਹੀ ਹੈ ਨਾ ਕਰੀ। ਇੱਕ ਕੰਮ ਜਿਹੜਾ ਤੂੰ ਨਹੀਂ ਕਰਨਾ ਉਹ ਇਹ ਕਿ ਇਹ ਜਿਹੜਾ ਦਰਖਤ ਹੈ ਨਾ ਇਹਦਾ ਫਲ ਨਾ ਖਾਈ, ਬਾਕੀ ਜੋ ਮਰਜ਼ੀ ਖਾ ਪੀ, ਜੋ ਕਰਨਾ ਹੀ ਕਰ, ਇਹ ਨਾ ਕਰੀ। ਪਰ ਪ੍ਰੋਬਲਮ ਹੋਈ, ਇੱਕ ਮੁਖਾਲਫ ਵੀ ਵੇ ਜਿਹਨੂੰ ਛੱਡਿਆ ਗਿਆ, ਜਿਹਨੂੰ ਬਣਾਇਆ ਗਿਆ। ਸਾਨੂੰ ਸੋਚੇ ਕਿ ਮੈਂ ਤੇ ਉਹਦੀ ਛਬੀ ਤੇ ਆ ਨਾ, ਮੈਂ ਤੇ ਉਹਦੇ ਕੰਟਰੋਲ ਬਣਾ, ਮੈਂ ਤੇ ਉਹਦੀ ਛਬੀ ਤੇ ਆ, ਮੇਰੇ ਅਖਤਿਆਰਾਤ ਨੇ ਹਰ ਇੱਕ ਚੀਜ਼ ਤੇ। ਜੇ ਮੇਰੇ ਬਾਪ ਨੇ, ਮੇਰੇ ਬਣਾਉਣ ਵਾਲੇ ਨੇ ਮੈਨੂੰ ਇੱਕ ਕੰਮ ਕਿਹਾ ਕਿ ਤੂੰ ਨਹੀਂ ਕਰਨਾ ਤੇ ਮੈਂ ਮੁੜ ਜਾਵਾਂ, ਮੈਂ ਉਹ ਨਾ ਕਰਾਂ, ਮੈਂ ਉਸ ਕੰਮ ਨੂੰ ਨਾ ਕਰਾਂ ਜਿਹੜੇ ਕੰਮ ਤੋਂ ਮਨਾ ਕੀਤਾ ਗਿਆ। ਮੈਨੂੰ ਇੱਕੋ ਹੀ ਤਾਂ ਕੰਮ ਹੈ, ਪਰ ਫਿਰ ਇੱਕ ਮੁਖਾਲਫ ਉਹ ਆਇਆ, ਉਹਨੇ ਕਿਹਾ ਨਹੀਂ, ਜਿੰਨੇ ਤੈਨੂੰ ਬਣਾਇਆ ਹੈ ਨਾ, ਜਿੰਨੇ ਤੈਨੂੰ ਆਪਣੀ ਛਵੀ ਤੇ ਬਣਾਇਆ, ਜਿੰਨੇ ਤੈਨੂੰ ਅਖਤਿਆਰਾਤ ਦਿੱਤੇ, ਉਹਨੇ ਸਾਰਾ ਕੁਝ ਤੈਨੂੰ ਦਿੱਤਾ ਹੈ, ਹਾਂ ਸਾਰਾ ਕੁਝ ਤੈਨੂੰ ਦਿੱਤਾ ਹੈ, ਪਰ ਹਾਲੇ ਵੀ ਇੱਕ ਚੀਜ਼ ਹੈ ਜਿਹੜੀ ਤੇਰੇ ਕੋਲ ਨਹੀਂ ਹੈਗੀ, ਹਾਲੇ ਵੀ ਇੱਕ ਚੀਜ਼ ਹੈ ਜਿਹੜੀ ਤੂੰ ਚਾਹੇ ਤੇ ਹਾਸਲ ਕਰ ਲੈ ਤੇ ਪਤਾ ਨਹੀਂ ਕੀ ਤੂੰ ਕਰ ਜਾਏਗਾ। ਉਹ ਤੂੰ ਚੀਜ਼ ਲੈ ਲਈ ਤੇ ਤੂੰ ਉਹਦੇ ਵਾਂਗੂ ਬਣ ਜਾਏਗਾ। ਹਾਲਾਂਕਿ ਅਖਤਿਆਰਾਂ ਦੀ ਗੱਲ ਕਰੀਏ ਤੇ ਕਿਹੜੀ ਚੀਜ਼ ਹੈ ਜਿਹੜੀ ਉਹਦੇ ਕੋਲ ਨਹੀਂ ਹੈ, ਕਿਹੜੀ ਚੀਜ਼ ਹੈ ਜਿਹੜੀ ਉਹਦੇ ਕੋਲ ਨਹੀਂ ਹੈ? ਸਾਰਾ ਕੁਝ ਤੇ ਉਹਦੇ ਕੋਲ ਹੈ ਵੇ, ਸਾਰਾ ਕੁਝ ਤੇ ਉਹਦੇ ਕੋਲ ਹੈ ਵੇ, ਬਸ ਇੱਕ ਨਹੀਂ ਹੈ। ਪਰ ਅਜ਼ਮਾਨ ਵਾਲਾ ਆਇਆ, ਉਹਨੇ ਆ ਕੇ ਉਹੀ ਕੰਮ ਕਰਵਾਇਆ ਜਿਹੜੇ ਕੰਮ ਤੋਂ ਉਹਨੂੰ ਮਨਾ ਕੀਤਾ ਗਿਆ ਸੀ। ਉਹ ਆਇਆ, ਉਹਨੇ ਆ ਕੇ ਪ੍ਰੋਬਲਮ ਖੜੀ ਕੀਤੀ, ਉਹਨੇ ਆ ਕੇ ਕਿਹਾ ਨਹੀਂ, ਜਦੋਂ ਤੂੰ ਖਾ ਲੇਗਾ ਤੂੰ ਉਹਦੇ ਵਰਗਾ ਬਣ ਜਾਏਗਾ, ਤੇਰੇ ਅਖਤਿਆਰਾਤ ਵੱਧ ਜਾਣਗੇ, ਤੂੰ ਹੋਰ ਉੱਚਾ ਹੋ ਜਾਏਗਾ ਤੇਰੇ ਵਰਗਾ। ਹਾਲਾਂਕਿ ਉਦੋਂ ਵੀ ਨਹੀਂ ਸੀ, ਪਰ ਉਹਨੇ ਕਿਸੇ ਨਾ ਕਿਸੇ ਤਰੀਕੇ ਉਹਨੂੰ ਮੈਨੂਪੂਲੇਟ ਕੀਤਾ, ਉਹਦੇ ਦਿਮਾਗ 'ਚੋਂ ਗੱਲਾਂ ਪਾਈਆਂ, ਉਹਨੂੰ ਸਿਆਸਤ 'ਚ ਰੱਖ ਕੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਲਿਆ ਕੇ ਤੇ ਉਹ ਕੰਮ ਕਰਵਾਇਆ ਜਿਹੜੇ ਕੰਮ ਤੋਂ ਮਨਾ ਕੀਤਾ ਗਿਆ ਸੀ। ਤੁਸੀਂ ਸੋਚੋ, ਉਹ ਵੀ ਤੇ ਇੱਕ ਟਾਈਮ ਹੋਣਾ ਹੈ ਨਾ ਕਿ ਜਿਹਦੇ ਨਾਲ ਮੁਹੱਬਤ ਕੀਤੀ ਗਈ ਸੀ, ਜਿਹਨੂੰ ਇੰਨੇ ਕੰਟਰੋਲ ਦੇ ਕੇ, ਅਖਤਿਆਰਾਤ ਦੇ ਕੇ, ਸਾਰਾ ਕੁਝ ਦੇ ਕੇ ਤੇ ਕੱਢਿਆ ਗਿਆ ਤੇ ਉਹਨੂੰ ਕਿਹਾ ਸੀ ਇੱਕ ਕੰਮ ਨਾ ਕਰਨਾ, ਇਹ ਕੰਮ ਨਾ ਕਰੀ। ਤੇ ਜਦੋਂ ਉਹਨੇ ਇਹ ਕੰਮ ਕੀਤਾ ਹੋਏਗਾ, ਤੁਸੀਂ ਸੋਚੋ ਖੁਦਾ ਤੇ ਕੀ ਬੀਤੀ ਹੋਏਗੀ, ਉਸ ਬਾਪ ਤੇ ਕੀ ਬੀਤੀ ਹੋਏਗੀ ਜਦੋਂ ਇਹ ਕੰਮ ਹੋਇਆ, ਜਦੋਂ ਉਹ ਨਾਫਰਮਾਨੀ ਹੋਈ, ਜਿਹੜੀ ਨਾਫਰਮਾਨੀ ਬਾਪ ਨਹੀਂ ਸੀ ਚਾਹੁੰਦਾ ਹੋਏ, ਪਰ ਉਹ ਨਾਫਰਮਾਨੀ ਹੋਈ। ਉਸ ਨਾਫਰਮਾਨੀ ਦੇ ਉੱਤੇ ਦੂਰੀ ਆ ਗਈ, ਜੁਦਾਈ ਪੈ ਗਈ,
वो जुदाई किस तरह पई भला? वो जुदाई इस तरह पई कि बाप ने क्या सी, खुदा ने क्या सी कि जदों तू ये फल खाता तू मरिया। मेरे अजीजो यकीन जानो, जदों ये नाफरमानी हुई सी, आदम मर गया सी। आदम उदों मर गया सी। आप समझने आ ना कि अज जिहड़ी मौत असी मौत समझने आ कि जिहड़ी मौत सानू आनी है, जिहड़ी मौत असी मरना है ते असी कवरे जा पैना, ये मौत नहीं है। मौत ये नहीं है कि असी मिट्टी च जा मिलना है। मौत ए कि असी खुदा दी पहचान चो, खुदा दी पहुंच तो, ओदे साए चो, ओदे नाल राबते चो, ओदी रफाकत दे विचों बाहर निकल गए, ओदे मनसूबे दे विचों बाहर निकल गए कि उन्हें सानू इख्तियारात दिते ने, उन्हें हर एक चीज दा कंट्रोल सानू दिता है। मौत ऐ वे कि मैं ओदे हाथ दे साए थल्लों साइड ते हो गया, मैं पीछे हट गया, मैं अपनी जिम्मेदारियों तो पीछे हट गया। मौत ऐ वे कि मैं जेड़े काम करना है सी मैं वो कीते नहीं। कलीजा सोने वाले मुर्दों में से जी उठ। मरिया बंदा नहीं उठ सकता, पर जेड़े लोग आप वेखने ए मुर्दा ने। मुर्दा कौन? मुर्दा आदम, जेड़ा बाप दे राबते चो निकल गया ते मर गया। कब्र च जाना बाकी है, वैसे मर गया। वो जिंदगी खत्म हो गई ओदी, बस है कि टोरदा फिरदा पिया, वो लगा फिरदा है। वो इस तरह कि वो जेड़ी चीज खुदा नहीं सी चाहता मरे, ओदे विच वो मर गई। वो मरी कदों? जदों नाफरमानी होई, जदों गुनाह जिंदगी च आया, जदों गुनाह जिंदगी च आया ते फिर दूरी होई, फिर राबता टूट गया। पर वो बाप है ना, वो हाले भी चाहता सी कि मेरे तो दूर ना जाए, मेरी शबीह दिया। अज असीं ते छोटियां छोटियां गल्लां करके बड़ा कुछ खड़ा कर लेना। लोगों ने ईमान दे उत्ते, लोगों ने अपनी वफादारी दे उत्ते अपनी जिंदगी बना दी। सर तुसीं सोच वो कैसा होएगा, वो कैसा टाइम होएगा कि जदों सूरज ते चांद नूं उन्हां दी जगह ते खलार दिता जाए कि खलो जाओ, क्योंकि क्या गया खलो जाओ, खिलारे आए उन्हें सूरज नूं खिलार दिता उहदी जगह ते। क्यों? क्योंकि वफादार बंदा थल्ले कह रहा कि खलो जा। उत्थे जरूरत है कि तू खलो जा, रात नहीं पैनी, असीं जंग लड़ रहे, तू खलोता रहा ते खलोता रहा, क्योंकि उन्हें इख्तियारात दिते सी। लोगों ने इख्तियारात छड़ दिते, लोगों ने वफादारी छड़ दी, लोगों ने खुदा तो दूरी अपना लई, उन्होंने मोल ले लिया दूरी ओदे तो, उनदे तो हट गए, ओदे कवानीन तो हट गए। हटे क्यों? क्योंकि दुनिया दे विच आके चलना मुश्किल लगा, क्योंकि हर एक खुदा तो दूरी कि रह के चल रहा है। ते जदों असीं वेखिया कि असीं रहिए भी दुनियादारी दे विच, चलीए भी उन्हां दे विच, ते रहिए भी खुदा दे नाल, इंज नहीं होना। ओ खुदा जिन्हें हर एक इख्तियार दिता, दुनिया दे विच आके लोग चलना शुरू हुए, लोगों ने जिंदगी गुजारी, लोगों ने अपनी जिंदगी बाप के तहत जिन्हां ने चलाना शुरू की, उन्होंने दुनिया का निजाम बदलिया है। उन्होंने निजाम बदलिया। बाप की मुहब्बत हमेशा तो रही। आदम खुदा दा बेटा सी, बाइबल च लिखी चा लूका दे विच कि ओ खुदा तो सी। उन्होंने पैदा करने वाला कोई नहीं सी, उन्होंने डायरेक्ट खुदा बनाने वाला सी, उन्होंने पैदा करने वाला सी। इस तो आदम खुदा दा बेटा सी। सर वो बेटा दुनिया दे विच आया क्योंकि वो अपनी मर्जी दे उत्ते सी, इख्तियारात उहदे कोल सन। हुण उन्हां इख्तियारातां दे विच रह के, हर एक चीज च रह के, उन्हें सब तो पहला जिहड़ा काम कीता, उन्हें सब तो पहला काम जिहड़ा कीता, फल खान तो पहले ओदी चाहत सी कि ओदी बीवी होई। खुदा नहीं सी चाहता, खुदा नहीं सी चाहता ओदी बीवी होई, खुदा दी मर्जी नहीं सी, पर उन्हें बीवी दिती उन्होंने। क्यों? क्योंकि वो चाहता सी कि ओदी बीवी होई। उन्हें जान भरा वेख्या कि हर एक चीज का जोड़ा मेरे नाल है ही नहीं है। बाइबल दस दी है कि खुदा दिलों के गुर्दियां नूं जानदा है। फिर बाइबल च यही जाए कि फिर खुदा ने कहा कि आदम का अकेला रहना अच्छा नहीं। फिर खुदा ने इन्हें रहना अच्छा नहीं है। पहले खुदा नूं पता नहीं सी कि कल्ले रहना अच्छा नहीं है। क्यों बाद च खुदा दी ज़हन दे विच गल आंदी है? क्यों खुदा ये कहता कि कल्ला रहना अच्छा नहीं है?
क्योंकि मर्जी आदम दी सी। जो ਉਹਨੂੰ ਬਣਾਇਆ ਗਿਆ ਕਹਿੰਦਾ ਹੈ ਤੇ ਮੇਰੀ मतलब फिर मामला चेंज सा ना, ਇਹ ਉਹਦੀ ਮਰਜ਼ੀ ਸੀ। ਉਹਦੀ ਮਰਜ਼ੀ ਦੁਨੀਆ ਦੇ ਵਿੱਚ ਆ ਗਈ। ਉਸੇ ਮਰਜ਼ੀ ਨੇ ਫਲ ਖਾਣ ਦੀ ਸ਼ੁਰੂਆਤ ਕੀਤੀ। ਉਸੇ ਮਰਜ਼ੀ ਨੇ ਬਾਪ ਤੋਂ ਇਹਨੂੰ ਦੂਰ ਕਰ ਦਿੱਤਾ ਤੇ ਬਾਪ ਤੋਂ ਬੇਟਾ ਜੁਦਾ ਹੋਇਆ। ਦੁਨੀਆਦਾਰੀ ਦਾ ਨਿਜ਼ਾਮ ਬਣਿਆ, ਦੁਨੀਆ ਵਧੀ, ਨਿਜ਼ਾਮ ਚੱਲਿਆ, ਲੋਕ ਮਰ ਗਏ। ਮਰੇ ਕਿੰਜ? ਖੁਦਾ ਦੀ ਨਜ਼ਰ ਚੋਂ ਨਿਕਲ ਗਏ ਤੇ ਮਰ ਗਏ, ਖੁਦਾ ਦੀ ਨਜ਼ਰ ਤੋਂ ਦੂਰ ਹੋ ਗਏ ਤੇ ਮਰ ਗਏ। ਜਦੋਂ ਇਹ ਮਰੇ ਦੁਨੀਆ ਦਾ ਨਿਜ਼ਾਮ ਚੱਲਿਆ, ਚੱਲਦਾ ਰਿਹਾ, ਚੱਲਦਾ ਰਿਹਾ। ਇੱਕ ਬੇਟਾ ਆਇਆ, ਉਹਦੇ ਕੋਲ ਵਫਾਦਾਰੀ ਪੂਰੀ ਨਹੀਂ ਹੋਈ। ਬਾਪ ਨੇ ਫਿਰ ਇੱਕ ਹੋਰ ਬੇਟਾ ਭੇਜਿਆ। ਬਾਪ ਨੇ ਇੱਕ ਹੋਰ ਬੇਟਾ ਭੇਜਿਆ ਜਿਹਦੇ ਬਾਰੇ ਕੋਈ ਇਹ ਨਹੀਂ ਸੀ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਆਇਆ ਤੇ ਕਿਸੇ ਦਾ ਬੇਟਾ ਹੈ। ਕਿਉਂ? ਕਿਉਂਕਿ ਡਾਇਰੈਕਟ ਖੁਦਾ ਉਹਦਾ ਬਾਪ ਸੀ। ਡਾਇਰੈਕਟ ਬੇਟਾ ਆਇਆ। ਇੱਕ ਉਹ ਬੇਟਾ ਆਦਮ ਦਾ ਵੀ ਪਿਓ ਡਾਇਰੈਕਟ, ਦੁਨੀਆ ਦੇ ਵਿੱਚ ਕੋਈ ਨਹੀਂ ਸੀ, ਉਹ ਡਾਇਰੈਕਟ ਖੁਦਾ ਸੀ। ਯਿਸੂ ਮਸੀਹ ਆਇਆ, ਉਹਦਾ ਵੀ ਕੋਈ ਨਹੀਂ ਸੀ, ਉਹਦਾ ਵੀ ਡਾਇਰੈਕਟ ਖੁਦਾ ਸੀ। ਹੁਣ ਉਹ ਬੇਟਾ ਆਇਆ, ਉਸ ਬੇਟੇ ਨੇ ਆ ਕੇ ਹਰ ਇੱਕ ਉਹ ਕੰਮ ਕੀਤਾ ਜੋ ਬਾਪ ਚਾਹੁੰਦਾ ਸੀ। ਉਹਨੇ ਹੁਕਮਾਂ ਨੂੰ ਟੁੱਟਣ ਨਹੀਂ ਦਿੱਤਾ, ਉਹਨੇ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ। ਉਹਨੇ ਹਰ ਇੱਕ ਚੀਜ਼ ਨੂੰ ਉਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ। ਗਤਸਮਨੀ ਬਾਗ ਦੇ ਵਿੱਚ ਜਾ ਕੇ ਉਹ ਦੁਆ ਕਰਦਾ, ਕਹਿੰਦਾ ਬਾਪ ਤੇਰੀ ਮਰਜ਼ੀ ਪੂਰੀ ਹੋਈ, ਮੈਂ ਹੋ ਸਕੇ ਤੇ ਪਿਆਲਾ ਮੇਰੇ ਤੋਂ ਟਲ ਜਾਏ, ਪਰ ਫਿਰ ਵੀ ਮੇਰੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਏ। ਉਹ ਮਰਨ ਤੱਕ ਵੀ ਚਲਾ ਗਿਆ ਤੇ ਮਰਜ਼ੀ ਪੂਰੀ ਬਾਪ ਉਹਦਾ, ਮਰਨਾ ਵੀ ਬਾਪ ਦੀ ਮਰਜ਼ੀ ਦੇ ਨਾਲ। ਇਸ ਲੈਵਲ ਤੇ ਉਹਨੇ ਬਾਪ ਦੀ ਮਰਜ਼ੀ ਨੂੰ ਪੂਰਾ ਕੀਤਾ ਤੇ ਇਸ ਵਜ੍ਹਾ ਤੋਂ ਫਿਰ ਬਾਈਬਲ 'ਚ ਲਿਖਿਆ ਕਿ ਉਹਨੂੰ ਉਹ ਨਾਂ ਦਿੱਤਾ ਗਿਆ ਜਿਹੜਾ ਸਾਰੇ ਨਾਮਾਂ ਤੋਂ ਆਲਾ ਹੈ। ਹਾਲੇਲੂਇਆ। ਫਿਰ ਉਹਨੂੰ ਉਹ ਨਾਂ ਦਿੱਤਾ ਗਿਆ। ਇਹ ਦੂਸਰਾ ਬੇਟਾ ਆਇਆ, ਇਹਨੇ ਆ ਕੇ ਵਫਾਦਾਰੀ ਦਾ ਉਹ ਕੰਮ ਕੀਤਾ ਜਿਹੜਾ ਕੋਈ ਦੁਨੀਆ ਦੇ ਵਿੱਚ ਨਹੀਂ ਸੀ ਕਰ ਸਕਿਆ। ਉਹ ਆਇਆ ਤੇ ਉਹਨੇ ਬਗੈਰ ਗੁਨਾਹਾਂ ਤੋਂ ਜਾਨ ਦਿੱਤੀ। ਉਹ ਆਇਆ ਬੇਗੁਨਾਹ ਆਇਆ, ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਵਾਸਤੇ ਆਇਆ। ਉਹ ਮਰਜ਼ੀ ਨੂੰ ਪੂਰਾ ਕਰਨ ਵਾਸਤੇ ਆਇਆ ਤੇ ਦੁਨੀਆ ਦੀ ਮਰਜ਼ੀ ਨੂੰ ਪੂਰਾ ਕਰਨ ਵਾਲਿਆਂ ਨੇ ਉਹਨੂੰ ਸਲੀਬ ਤੇ ਚੜਾ ਦਿੱਤਾ। ਉਹਨਾਂ ਨੇ ਆਪਣੀਆਂ ਮਰਜ਼ੀਆਂ ਨੂੰ ਥੋਪ ਕੇ, ਉਹਨਾਂ ਨੇ ਝੂਠੀਆਂ ਗੱਲਾਂ ਕਰਕੇ, ਪੁੱਠੀਆਂ ਸਿੱਧੀਆਂ ਗੱਲਾਂ ਕਰਕੇ, ਝੂਠ ਸੱਚ ਜੋ ਵੀ ਕਰਾ ਕੇ ਉਹਨਾਂ ਨੇ ਉਹਨੂੰ ਸਲੀਬ ਤੇ ਚਾੜ ਦਿੱਤਾ। ਕੌਣ ਆਇਆ? ਖੁਦਾ ਦਾ ਬੇਟਾ, ਡਾਇਰੈਕਟ ਖੁਦਾ ਦਾ ਬੇਟਾ ਆਇਆ ਜਿਹਦੀ ਜ਼ਾਤ 'ਚ ਗੁਨਾਹ ਸਾਬਤ ਨਹੀਂ ਹੋਇਆ। ਉਹ ਆਇਆ ਤੇ ਦੁਨੀਆ ਨੇ ਕੀ ਕੀਤਾ? ਦੁਨੀਆ ਨੇ ਸਲੀਬ ਤੇ ਚੜਾ ਦਿੱਤਾ ਉਹਨੂੰ। ਹਾਂ, ਅੱਜ ਦੇ ਦਿਨ ਉਹ ਸਲੀਬ ਤੇ ਚੜਿਆ ਸੀ, ਪਰ ਅਸੀਂ ਇਹ ਤੇ ਵੇਖੀਏ ਆਪਾਂ ਤਕਰੀਬਨ 6000 ਸਾਲ ਦੇ ਕਰੀਬ ਅਸੀਂ ਗੁਜ਼ਾਰ ਚੁੱਕੇ ਹਾਂ ਆਦਮ ਤੋਂ ਲੈ ਕੇ ਹੁਣ ਤੱਕ। ਸਰ ਨਿਜ਼ਾਮ ਤੇ ਵੇਖੀਏ ਉਦੋਂ ਤੋਂ ਲੈ ਕੇ ਹੁਣ ਤੱਕ ਨਾਫਰਮਾਨੀਆਂ ਦੇ ਵਿੱਚ ਲੋਕਾਂ ਨੇ ਜ਼ਿੰਦਗੀ ਗੁਜ਼ਾਰੀ ਏ। ਬਾਪ ਦੇ ਰਾਬਤੇ ਦੇ ਵਿੱਚੋਂ ਬਾਹਰ ਰਹਿ ਕੇ ਲੋਕਾਂ ਨੇ ਜ਼ਿੰਦਗੀ ਗੁਜ਼ਾਰੀ ਏ। ਪਰ ਇਸ ਸਾਰੇ ਨਿਜ਼ਾਮ ਦੇ ਵਿੱਚ ਬੇਟਾ ਆਇਆ ਤੇ ਵਫਾਦਾਰੀ ਕਰਕੇ ਗਿਆ, ਰਾਸਤਬਾਜ਼ੀ ਨੂੰ ਪੂਰਾ ਕਰਕੇ ਗਿਆ। ਇੱਥੋਂ ਤੱਕ ਰਾਸਤਬਾਜ਼ੀ ਕੀਤੀ ਕਿ ਮੌਤ, ਬਲਕਿ ਸਲੀਬੀ ਮੌਤ, ਲਾਂਤੀ ਮੌਤ ਗਵਾਰਾ ਕਰ ਲਈ। ਇਹ ਮੁਹੱਬਤ ਸੀ ਉਹਦੀ ਬਾਪ ਦੇ ਨਾਲ। ਅੱਜ ਤੁਹਾਡੀ ਤੇ ਮੇਰੀ ਮੁਹੱਬਤ ਕੀ ਹੈ ਬਾਪ ਦੇ ਨਾਲ? ਅੱਜ ਅਸੀਂ ਕਿਹੜੀ ਚੀਜ਼ ਤੋਂ ਟਲੇ ਆ? ਅਸੀਂ ਕਿਹੜੀ ਚੀਜ਼ ਛੱਡੀ ਗਏ? ਆਪਣੀਆਂ ਕਿਹੜੀਆਂ ਜ਼ਿੰਦਾਂ ਨੂੰ ਅਸੀਂ ਛੱਡਿਆ? ਆਪਣੀ ਜ਼ਿੰਦਗੀ ਦੇ ਵਿੱਚ ਯਿਸੂ ਮਸੀਹ ਆਇਆ ਤੇ ਉਹਨੇ ਮੌਤ ਤੱਕ ਗਵਾਰਾ ਕਰ ਲਈ ਉਹਦੀ ਮੁਹੱਬਤ ਦੇ ਵਿੱਚ। ਅੱਜ ਅਸੀਂ ਕਿੰਜ ਕਹੀਏ ਕਿ ਅਸੀਂ ਉਹਦੇ ਨਾਲ ਮੁਹੱਬਤ ਕਰਨੇ ਆ? ਅਸੀਂ ਕਿੰਜ ਕਹੀਏ ਅਸੀਂ ਖੁਦਾ ਨਾਲ ਮੁਹੱਬਤ ਕਰਨੇ ਆ? ਅਸੀਂ ਕਿੰਜ ਕਹੀਏ ਅਸੀਂ ਉਹਦੇ ਸੱਕੇ ਆ? ਅਸੀਂ ਕਿੰਜ ਕਹੀਏ ਕਿ ਅਸੀਂ ਉਹਦੇ ਆ? ਆਪਣੀ ਜ਼ਿੰਦਗੀ ਤੇ ਗੌਰ ਕਰੀਏ ਕਿ ਕਿਸ ਤਰ੍ਹਾਂ ਸਰਵ ਪਕੀਜ਼ਗੀ ਨਾਲ ਭਰਿਆ, ਉਹ ਵਫਾਦਾਰੀ ਦੇ ਨਾਲ, ਰਾਸਤਬਾਜ਼ੀ ਦੇ ਨਾਲ ਭਰਿਆ ਜ਼ਿੰਦਗੀ ਕੋ ਗੁਜ਼ਾਰ ਕੇ ਗਿਆ। ਕਿਉਂ ਉਹ ਗੁਜ਼ਾਰ ਕੇ ਗਿਆ? ਮੁਸ਼ਕਿਲਾਤ ਦੀ ਜ਼ਿੰਦਗੀ ਗੁਜ਼ਾਰ ਕੇ ਗਿਆ। ਕਿਉਂ? ਉਹਨੂੰ ਬਾਪ ਦਾ ਪਤਾ ਸੀ। ਉਹਨੂੰ ਪਤਾ ਸੀ ਕਿ ਬਾਪ ਕਿਹੋ ਜਿਹਾ, ਉਹਨੂੰ ਪਤਾ ਸੀ ਕਿ ਬਾਪ ਕੀ ਚਾਹੁੰਦਾ ਹੈ। ਉਹਨੂੰ ਪਤਾ ਸੀ ਮੇਰਾ ਬਾਪ ਪਾਕ ਹੈ, ਮੈਂ ਪਾਕ ਰਹਿਣਾ ਹੈ। ਉਹਨੂੰ ਪਤਾ ਸੀ ਕਿ ਬੀਵੀ ਹੈ ਜਿਹੜੀ, ਉਹ ਮੇਰੇ ਬਾਪ ਦੀ ਮਰਜ਼ੀ ਨਹੀਂ ਹੈ। ਇਸ ਤੋਂ ਆਇਆ ਤਾਂ ਉਹਨੇ ਸ਼ਾਦੀ ਵੀ ਨਹੀਂ ਕੀਤੀ। ਉਹਨੂੰ ਪਤਾ ਸੀ ਕਿ ਹਵਾ ਜਿਹੜੀ ਸੀ ਉਹ ਆਦਮ ਦੀ ਮਰਜ਼ੀ ਸੀ, ਖੁਦਾ ਦੀ ਮਰਜ਼ੀ ਨਹੀਂ ਸੀ। ਉਹਨੂੰ ਪਤਾ ਸੀ ਇਸ ਗੱਲ ਦਾ। ਉਹ ਆਇਆ ਤੇ ਹਰ ਲਿਹਾਜ਼ ਦੇ ਨਾਲ ਆਪਣੇ ਆਪ ਨੂੰ ਪਾਕ ਰੱਖ ਕੇ ਉਹਨੇ ਜ਼ਿੰਦਗੀ ਗੁਜ਼ਾਰੀ।
ਉਹਨੇ ਇਸ ਲੈਵਲ ਤੱਕ ਆਪਣੇ ਆਪ ਨੂੰ ਪਾਕ ਰੱਖਿਆ ਤੇ ਜਿੱਥੇ ਜਿੱਥੇ ਗਿਆ ਨਪਾਕੀਆਂ ਨੂੰ ਖਤਮ ਕੀਤਾ, ਬਦਕਾਰ ਔਰਤਾਂ ਨੂੰ ਬਦਲਿਆ ਉਹਨੇ, ਬੁਰੇ ਕਰੈਕਟਰਾਂ ਦੇ ਲੋਕਾਂ ਨੂੰ ਬਦਲਿਆ ਉਹਨੇ। ਦੁਨੀਆ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਖੇਡ ਖੇਡ ਕੇ ਗਿਆ ਉਹ, ਨਿਜ਼ਾਮ ਨੂੰ ਚੇਂਜ ਕਰਕੇ ਗਿਆ ਉਹ, ਚੀਜ਼ਾਂ ਨੂੰ ਬਦਲ ਕੇ ਗਿਆ ਉਹ। ਅੱਜ ਮੈਂ ਇਸ ਗੱਲ ਦਾ ਦਾਅਵੇਦਾਰ ਹਾਂ ਕਿ ਉਹਨੇ ਮੈਨੂੰ ਬਚਾਇਆ ਇਸ ਸਲੀਬ ਤੇ ਜਾਣ ਦੇ ਕੇ, ਉਹਨੇ ਮੇਰੇ ਗੁਨਾਹਾਂ ਨੂੰ ਚੁੱਕ ਲਿਆ ਏ। ਤੇ ਮਕਸਦ ਹੈ ਕਿ ਜੇ ਉਹਨੇ ਇਹ ਸਾਰਾ ਕੁਝ ਮੇਰੇ ਵਾਸਤੇ ਕੀਤਾ ਹੈ, ਮੈਂ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ। ਆਪਾਂ ਪਕੀਜ਼ਗੀ ਦੀ ਗੱਲ ਕਰੀਏ, ਆਪਾਂ ਸਿਰਫ ਇੱਕ ਬੰਦੇ ਨੂੰ ਦੇਖੀਏ। ਇੱਕ ਬੰਦਾ ਕੌਣ? ਪਤਰਸ। ਪਤਰਸ ਕੌਣ? ਜਿਹੜਾ ਮਛੇਰਾ ਸੀ, ਜਿਹਦਾ ਨਾਂ ਸ਼ਮੂਨ ਸੀ। ਉਹਦੇ ਨਾਂ ਨੂੰ ਯਿਸੂ ਮਸੀਹ ਨੇ ਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਖਿਦਮਤ ਕੀਤੀ, ਉਹਦੇ ਸ਼ਮੂਨ ਨਾਂ ਨੂੰ ਚੇਂਜ ਕਰਕੇ ਉਹਨੇ ਪਤਰਸ ਕੀਤਾ। ਪਤਰਸ ਨਾਂ ਬਣਾਇਆ ਉਹਦਾ ਕਿ ਤੇਰਾ ਨਾਂ ਹੁਣ ਤੋਂ ਪਤਰਸ ਹੈ। ਉਹਨੂੰ ਪਤਰਸ ਬਣਾਇਆ। ਉਹਨੇ ਚੱਲਣਾ ਸ਼ੁਰੂ ਕੀਤਾ। ਵਫਾਦਾਰੀ 'ਚ ਬੜਾ ਸਟਰੋਂਗ ਸੀ, ਗੱਲਾਂ ਕਰਨ 'ਚ ਆਂਦਾ ਸੀ ਤੇ ਜਜ਼ਬਾਤ ਬੜੇ ਉੱਚੇ ਲੈ ਜਾਂਦਾ ਸੀ। ਨੋ ਡਾਊਟ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿ ਉਹਨੇ ਇਨਕਾਰ ਕੀਤਾ। ਪਰ ਅਸੀਂ ਉਹਦੀ ਜ਼ਿੰਦਗੀ ਵੇਖੀਏ, ਉਹਦੀ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਸਨ ਜਿਹੜੀਆਂ ਉਹਨੂੰ ਵਾਜ਼ਿਆ ਕਰਦੀਆਂ ਏ। ਉਹ ਯਿਸੂ ਮਸੀਹ ਦਾ ਇਕਰਾਰ ਕਰਨ ਦੇ ਵਿੱਚ ਸਭ ਤੋਂ ਅੱਗੇ ਉਹ ਪਾਣੀ ਤੇ ਚੱਲਣ ਦੀ ਵਾਰੀ ਆਈ ਤੇ ਕਹਿੰਦਾ ਕਿ ਮੈਂ ਚੱਲਾਂ ਉਸਤਾਦ, ਮੈਂ ਵੀ ਚੱਲਾਂ ਪਾਣੀ ਤੇ, ਤੂੰ ਪਾਣੀ ਤੇ ਚੱਲ ਰਿਹਾ, ਮੈਨੂੰ ਵੀ ਇਜਾਜ਼ਤ ਤੇ। ਮੈਂ ਦੂਜਿਆਂ ਨੇ ਨਹੀਂ ਕਿਹਾ, ਉਹਨੇ ਕਿਹਾ ਹਾਂ ਪਾਣੀ ਤੇ ਚੱਲਣਾ ਸ਼ੁਰੂ ਹੋਇਆ। ਉਹ ਅਲੱਗ ਗੱਲ ਕਿ ਉਹਨੇ ਧਿਆਨ ਹਟਾਇਆ ਤੇ ਫਿਰ ਡੁੱਬਣਾ ਸ਼ੁਰੂ ਹੋ ਗਿਆ। ਯਿਸੂ ਮਸੀਹ ਨੇ ਕਿਹਾ ਤੂੰ ਕੀ ਕਿੰਨਾ, ਮੈਂ ਕੌਣ ਆ? ਕਹਿੰਦਾ ਤੂੰ ਹਕ ਤਾਲਾ ਦਾ ਬੇਟਾ ਹੈ, ਤੂੰ ਖੁਦਾ ਦਾ ਬੇਟਾ ਮਸੀਹ ਹੈ। ਸਪਿਰਿਟ ਦੇ ਉਸ ਲੈਵਲ ਤੇ ਦੂਸਰਿਆਂ ਦੀ ਵਾਰੀ ਆਏ, ਟਾਈਮ ਆਇਆ, ਉਹਨੇ ਗੱਲ ਕੀਤੀ। ਉਹਨੇ ਕਿਹਾ ਉਸਤਾਦ, ਮੈਂ ਤੈਨੂੰ ਇੰਨੀ ਮੁਹੱਬਤ ਕਰਨਾ ਵਾ ਕਿ ਮੈਂ ਤੇਰੇ ਵਾਸਤੇ ਮਰਨ ਨੂੰ ਵੀ ਤਿਆਰ ਹਾਂ। ਬੜੇ ਜਜ਼ਬਾਤ ਸਨ ਨਾ, ਇਹ ਗੱਲ ਕਰ ਦਿੱਤੀ ਗਈ। ਯਿਸੂ ਮਸੀਹ ਨੇ ਕਿਹਾ ਪਤਰਸ, ਮੈਨੂੰ ਪਤਾ ਹੈ ਇਸ ਗੱਲ ਦਾ ਕਿ ਤੂੰ ਮੇਰੇ ਨਾਲ ਪਿਆਰ ਕਰਨਾ ਹੈ, ਮੇਰੇ ਨਾਲ ਮੁਹੱਬਤ ਕਰਨਾ ਹੈ, ਪਰ ਤੁਹਾਡੇ ਦੀ ਹਕੀਕਤ ਨੂੰ ਸਮਝਿਆ ਨਹੀਂ ਹੈ। ਕਿਉਂਕਿ ਜਿਹੋ ਜੀ ਬਾਦਸ਼ਾਹ ਤੂੰ ਚਾਹਨਾ ਨਾ ਮੇਰੇ ਤੋਂ, ਮੈਂ ਹਾਲੇ ਉਸ ਬਾਦਸ਼ਾਹ ਦਾ ਨਹੀਂ ਹਾਂ ਜਿਹੜੀ ਬਾਦਸ਼ਾਹ ਤੂੰ ਚਾਹ ਰਿਹਾ ਮੇਰੇ ਤੋਂ। ਲੇਕਿਨ ਮੈਂ ਜਾਨ ਦੇ ਸਕਦਾ ਕਿ ਤਾਂ ਨਹੀਂ, ਤੂੰ ਇਨਕਾਰ ਕਰੇਗਾ ਮੇਰਾ, ਮੁਰਗ ਦੇ ਬਾਂਗ ਦੇਣ ਤੋਂ ਬਾਅਦ 3 ਵਾਰੀ ਮੇਰਾ ਇਨਕਾਰ ਕਰੇਗਾ। ਉਹਨੇ ਇਨਕਾਰ ਕੀਤਾ, ਉਹਨੇ ਇਨਕਾਰ ਕੀਤਾ। ਮੁਰਗ ਨੇ ਬਾਂਗ ਦਿੱਤੀ। ਜਦੋਂ ਬਾਂਗ ਦਿੱਤੀ ਫਿਰ ਉਹ ਜਾ ਕੇ ਰੋਇਆ, ਫਿਰ ਉਹ ਜਾ ਕੇ ਪਛਤਾਇਆ ਕਿ ਯਾਰ ਇਹ ਕੀ ਕੰਮ ਹੈ ਯਾਰ। ਉਹਨੇ ਕਿਹਾ ਸੀ ਮੈਂ ਮਰਾਂਗਾ ਤੇ ਮੈਂ ਤੇ ਕਿਹਾ ਸੀ ਮੈਂ ਤੇ ਤੇਰੇ ਨਾਲ ਮਰਾਂਗਾ ਤੇ ਮੈਂ ਤੇ ਇਨਕਾਰ ਕਰ ਦਿੱਤਾ ਏ। ਪਛਤਾਇਆ, ਰੋਇਆ। ਅਗਰ ਅਸੀਂ ਹਿਸਟਰੀ ਪੜ੍ਹੀਏ ਤੇ ਸਾਨੂੰ ਪਤਾ ਲੱਗਦਾ ਏ ਕਿ ਯਿਸੂ ਮਸੀਹ ਨੂੰ ਸਲੀਬ ਤੇ ਦਿੱਤਾ ਗਿਆ, ਪਤਰਸ ਨੂੰ ਵੀ ਸਲੀਬ ਤੇ ਚੜਾਇਆ ਗਿਆ। ਪਰ ਉਸ ਲੈਵਲ ਤੇ ਜਾ ਕੇ ਫਿਰ ਉਹਨੇ ਕਿਹਾ ਕਿ ਨਹੀਂ, ਇੰਜ ਨਹੀਂ। ਸਲੀਬ ਤੇ ਉਸਤਾਦ ਚੜਿਆ ਸੀ ਨਾ, ਆਕਾ ਚੜਿਆ ਸੀ, ਯਿਸੂ ਮਸੀਹ ਚੜਿਆ ਸੀ। ਮੈਨੂੰ ਸਲੀਬ ਤੇ ਚੜਾਓ, ਪਰ ਮੈਨੂੰ ਉਲਟੀ ਸਲੀਬ ਤੇ ਚੜਾਓ, ਮੈਨੂੰ ਪੁੱਠੀ ਸਲੀਬ ਤੇ ਚੜਾਓ। ਕਿਉਂ? ਕਿਸ ਵਜ੍ਹਾ ਤੋਂ? ਤਾਂ ਕਿ ਜਿਸ ਜਗ੍ਹਾ ਉਹਦੇ ਪੈਰ ਸਨ ਮੇਰਾ ਸਿਰ ਉੱਤੇ ਹੋਏਗਾ। ਜਦੋਂ ਜਾਣਿਆ, ਜਦੋਂ ਸਮਝਿਆ ਤੇ ਫਿਰ ਇਸ ਹੱਦ ਤੱਕ ਗਿਆ। ਉਹ ਪਤਰਸ ਨੇ ਉਲਟੀ ਸਲੀਬ ਗਵਾਰਾ ਕੀਤੀ, ਉਸ ਉਲਟੀ ਸਲੀਬ ਤੇ ਮਰਿਆ। ਆਪਾਂ ਪਤਰਸ ਦੀ ਜ਼ਿੰਦਗੀ ਨੂੰ ਵੇਖਿਆ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਕੇ ਗਿਆ ਹੈ। ਬਾਪ ਦੇ ਨਾਲ ਵਫਾਦਾਰ, ਖੁਦਾ ਦੇ ਨਾਲ ਵਫਾਦਾਰ, ਆਪਣੇ ਕੰਮਾਂ ਨੂੰ ਛੱਡ ਕੇ ਮਛੇਰਾ ਸੀ, ਕਾਰੋਬਾਰੀ ਬੰਦਾ ਸੀ। ਯਿਸੂ ਮਸੀਹ ਗਿਆ ਤੇ ਉਹਨੇ ਕਿਹਾ ਛੱਡ ਦੋ ਤੇ ਆ ਜਾਓ ਮੇਰੇ ਪਿੱਛੇ। ਤੁਸੀਂ ਮੱਛੀਆਂ ਫੜਦੇ ਹੋ, ਤੁਹਾਨੂੰ ਮੈਂ ਬੰਦੇ ਫੜਨ ਵਾਲਾ ਬਣਾਵਾਂਗਾ। ਮੈਂ ਬਾਪ ਦੇ ਖੇਤ 'ਚ ਕੰਮ ਕਰਨਾ ਬਣਾਵਾਂਗਾ, ਤੁਹਾਨੂੰ ਮੈਂ ਖੁਦਾ ਵਾਸਤੇ ਕੰਮ ਕਰਨ ਵਾਲੇ ਬਣਾਵਾਂਗਾ। ਛੱਡੋ ਸਾਰਾ ਕੁਝ ਤੇ ਮੇਰੇ ਪਿੱਛੇ ਆਓ। ਤੇ ਬਾਈਬਲ 'ਚ ਲਿਖਿਆ ਸਾਰਾ ਕੁਝ ਛੱਡ ਛਡਾ ਕੇ ਉਹਦੇ ਪਿੱਛੇ ਆ ਗਏ। ਉਹਦੇ ਪਿੱਛੇ ਆਏ ਤੇ ਚੱਲਣਾ ਸ਼ੁਰੂ ਕੀਤਾ। ਅੱਗੇ ਆ ਕੇ ਜਜ਼ਬਾਤੀ ਬਣ ਕੇ, ਐਗਰੈਸਿਵ ਬਣ ਕੇ, ਐਕਟਿਵ ਬਣ ਕੇ ਉਹਦੇ ਨਾਲ ਚੱਲੇ। ਉਹਦੇ ਮੌਜਜ਼ਾਤ ਵੇਖੇ, ਕੰਮਾਂ ਨੂੰ ਵੇਖਿਆ, ਛੋਟੇ ਲੈਵਲ ਤੇ ਮੌਜਜ਼ਾਤ ਨੂੰ ਕੀਤਾ, ਸਾਰੀਆਂ ਚੀਜ਼ਾਂ ਨੂੰ ਕੀਤਾ। ਯਿਸੂ ਮਸੀਹ ਨੇ ਜਾਣ ਦਿੱਤੀ। ਤੇ ਫਿਰ ਇੱਕ ਕੰਮ ਜਿਹੜਾ ਇਹਨੇ ਉੱਥੇ ਕੀਤਾ,
ਉਹ ਕੀ ਕਿ ਜਦੋਂ ਨੇ ਵੇਖਿਆ ਕਿ ਇਹ ਤੇ ਆ ਕੇ ਸਾਧ ਨੂੰ ਫੜਨ ਵਾਸਤੇ ਆਏ ਨੇ, ਤੇ ਇਹਨੇ ਇੱਕ ਉੱਥੇ ਵੀ ਕੰਮ ਕੀਤਾ। ਉਹ ਕੀ ਸੀ? ਇਹਨੇ ਡਾਕੂ ਦਾ ਕੰਨ ਲਾ ਦਿੱਤਾ। ਚਾਕੂ ਫੜਿਆ, ਡਾਕੂ ਦਾ ਕੰਨ ਲਾ ਦਿੱਤਾ ਕਿ ਤੂੰ ਉਸਤਾਦ ਨੂੰ ਫੜਨ ਆਇਆ। ਪਰ ਉਸਤਾਦ ਨੇ ਮਨਾ ਕੀਤਾ ਕਿ ਨਹੀਂ, ਇਹ ਕੰਮ ਅਸੀਂ ਨਹੀਂ ਕਰਨਾ, ਇਹ ਕੰਮ ਸਾਡਾ ਹੈ ਹੀ ਨਹੀਂ ਹੈ। ਕਿਉਂ? ਕਿਉਂਕਿ ਜਿਹੜਾ ਤਲਵਾਰ ਦੇ ਨਾਲ ਮਾਰਦਾ ਹੈ ਉਹ ਮਰੇਗਾ ਵੀ ਤਲਵਾਰ ਦੇ ਨਾਲ, ਉਹ ਮਾਰਿਆ ਜਾਏਗਾ ਤਲਵਾਰ ਦੇ ਨਾਲ। ਇਸ ਤੋਂ ਆਪਣੀ ਤਲਵਾਰ ਨੂੰ ਮਿਆਨ 'ਚ ਰੱਖ ਲੈ, ਆਪਣੇ ਚਾਕੂ ਨੂੰ ਵਾਪਸ ਰੱਖ ਲੈ। ਪਤਰਸ ਨੇ ਵੇਖਿਆ ਤਾਂ ਜਦੋਂ ਇਹ ਸੀ ਇਹ ਚਲਾਣਾ ਨਹੀਂ ਤੇ ਹੁਣ ਤੇ ਮਾਰੇ ਗਏ, ਅਸੀਂ ਹੁਣ ਮਾਰੇ ਗਏ, ਤੇਰੇ ਭੱਜੇ ਉਥੋਂ। ਤੁਸੀਂ ਸੋਚੋ, ਭੱਜ ਗਿਆ ਪਰ ਉਸਤਾਦ ਨੂੰ ਜਦੋਂ ਫੜ ਕੇ ਲੈ ਗਏ ਨੇ, ਵਾਪਸ ਫਿਰ ਜਾਂਦਾ ਪਿਆ ਨੂੰ ਵੇਖਣ ਵਾਸਤੇ ਕਿ ਕੀ ਕਰਦੇ ਪਏ ਨੇ ਇਹਦੇ ਨਾਲ। ਸਾਨੂੰ ਮੁਹੱਬਤ ਨਜ਼ਰ ਆਉਂਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ। ਯਿਸੂ ਮਸੀਹ ਵਾਤੇ ਮੁਹੱਬਤ ਹੈ ਸੀ, ਇਹ ਮੁਹੱਬਤ ਸੀ ਉਹਦੀ। ਪਰ ਮੈਂ ਤੁਹਾਨੂੰ ਦੱਸਣਾ ਇਹ ਜਾ ਰਿਹਾ ਵਾਂ, ਸਾਡਾ ਪਾਪ ਹੈ ਨਾ ਜਿਹੜਾ, ਜਿਹਨੂੰ ਅਸੀਂ ਮੰਨਣੇ ਆ, ਜਿਹਨੂੰ ਅਸੀਂ ਖੁਦਾ ਕਹਿੰਦੇ ਆ, ਜਿਹਨੂੰ ਅਸੀਂ ਕਹਿੰਦੇ ਆ ਤੂੰ ਸਭ ਤੋਂ ਵੱਡਾ ਹੈ, ਉਹ ਬੜਾ ਕੜਾ ਜੇ। ਉਹ ਤੁਹਾਡੀਆਂ ਖਤਾਵਾਂ ਨੂੰ ਮਾਫ ਕਰ ਸਕਦਾ ਹੈ, ਪਰ ਅਗਰ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਓ, ਤੁਸੀਂ ਬਦੀ ਨਾ ਛੱਡੋ, ਉਹ ਨਹੀਂ ਬਚਾਏਗਾ ਤੁਹਾਨੂੰ, ਉਹ ਨਹੀਂ ਛੱਡੇਗਾ ਤੁਹਾਨੂੰ। ਤੁਸੀਂ ਸਜ਼ਾ ਤੋਂ ਬਗੈਰ ਨਹੀਂ ਰਹਿ ਸਕੋਗੇ ਅਗਰ ਤੁਸੀਂ ਗੁਨਾਹਾਂ ਦੇ ਵਿੱਚ ਪਏ ਰਹੋ। ਸਰ ਤੁਸੀਂ ਐਡੀ ਵਫਾਦਾਰੀ ਵਾਲੀ ਜ਼ਿੰਦਗੀ, ਜਿੰਨੇ ਆਪਣਾ ਸਾਰਾ ਕੁਝ ਛੱਡਿਆ, ਆਪਣਾ ਕੰਮ ਕਾਰੋਬਾਰ ਛੱਡਿਆ, ਆਪਣੇ ਸਾਰੇ ਨਿਜ਼ਾਮ ਛੱਡ ਕੇ ਤੇ ਯਿਸੂ ਮਸੀਹ ਦੇ ਪਿੱਛੇ ਜਿਹੜਾ ਤੁਰ ਪਿਆ ਹੋਏ। ਅਸੀਂ ਕਦੀ ਜ਼ਿੰਦਗੀ ਵਿੱਚ ਸ਼ਾਦੀशुदा ਆਦਮੀ ਸੀਗੇ, ਛੱਡ ਕੇ ਤੇ ਯਿਸੂ ਮਸੀਹ ਦੇ ਪਿੱਛੇ ਆ, ਪਰ ਇਨਕਾਰ ਕਰ ਦਿੱਤਾ। ਇਹਨੇ ਇਨਕਾਰ ਕੀਤਾ, ਇਹਨੇ 3 ਦਫਾ ਇਨਕਾਰ ਕੀਤਾ। ਸਾਨੂੰ ਬਾਈਬਲ 'ਚ ਮਿਲਦਾ ਕਿ ਯਿਸੂ ਮਸੀਹ ਆਇਆ ਤੇ ਯਿਸੂ ਮਸੀਹ ਨੇ 3 ਦਫਾ ਇਹਦੇ ਕੋਲ ਇਕਰਾਰ ਕਰਵਾਇਆ, 3 ਦਫਾ ਇਕਰਾਰ ਕਰਵਾਇਆ ਕਿ ਤੂੰ ਮੈਨੂੰ ਮੁਹੱਬਤ ਕਰਨਾ ਹੈ। ਬਾਈਬਲ 'ਚ ਲਿਖਿਆ ਕਹਿੰਦਾ ਹਾਂ ਉਸਤਾਦ ਮੈਂ ਕਰਨਾ ਵਾ। ਜ਼ਿੰਦਾ ਹੋ ਕੇ ਜਦੋਂ ਦੁਬਾਰਾ ਆਇਆ ਤੇ 3 ਵਾਰੀ ਇਕਰਾਰ ਕਰਾਇਆ ਉਹਨੇ ਇਹਦੇ ਤੋਂ। ਤੁਸੀਂ ਸੋਚੋ ਕਿਉਂ 3 ਵਾਰੀ ਇਕਰਾਰ ਕਰਾਇਆ ਹੈ? ਉਹਦਾ 3 ਵਾਰੀ ਇਨਕਾਰ ਕਰਨਾ ਤੇ ਯਿਸੂ ਮਸੀਹ ਦਾ ਆ ਕੇ 3 ਵਾਰੀ ਉਹਦੇ ਕੋਲ ਇਕਰਾਰ ਕਰਵਾਣਾ, ਮਤਲਬ ਕਿ ਇੱਕ ਬੰਦਾ ਅਗਰ ਗੁਨਾਹ ਕਰਦਾ ਹੈ ਤੇ ਉਹਨੂੰ ਉਹਦੀ ਭਰਪਾਈ ਕਰਨੀ ਪੈਣੀ ਹੈ। ਉਹਨੇ ਮੂੰਹ ਤੋਂ ਇਨਕਾਰ ਕੀਤਾ, ਉਹਨੂੰ ਮੂੰਹ ਤੋਂ ਇਕਰਾਰ ਕਰਨਾ ਪੈਣਾ ਹੈ। ਤੁਹਾਨੂੰ ਪਤਾ ਇਹਦੇ ਨਾਲ ਹੋਇਆ ਕੀ ਸੀ? ਉਹਦੇ ਇਨਕਾਰ ਕਰਨ ਦੇ ਨਾਲ ਇੱਕ ਕੰਮ ਹੋਇਆ ਸੀ। ਮਰਕਸ ਹਾਲੇਲੂਇਆ। ਇਹ ਦੱਸਣ ਦਾ ਮਕਸਦ ਭਲਾ ਕਿ ਇਹ ਸਾਰੀਆਂ ਗੱਲਾਂ ਤੁਹਾਨੂੰ ਸਿਰਫ ਇੱਕ ਚੀਜ਼ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਖੁਦਾ ਨੂੰ ਅਸੀਂ ਨਜ਼ਰ ਉਹ ਬੜਾ ਡਾਡਾ ਜੇ ਮੁਹੱਬਤ ਕਰਨ ਤੇ ਆਏ ਤੇ ਤੁਹਾਡੇ ਵਾਸਤੇ ਸੂਰਜ ਵੀ ਅਸਮਾਨ ਤੇ ਰੋਕ ਸਕਦਾ ਏ, ਤੇ ਇੰਤਕਾਮ ਲੈਣ ਵਾਸਤੇ ਆਏ ਤੇ ਤੁਹਾਡੀ ਪੂਰੀ ਜ਼ਿੰਦਗੀ ਦੀ ਮਾਲੋ ਦੌਲਤ, ਤੁਹਾਡੇ ਬੀਵੀ ਬੱਚੇ, ਤੁਹਾਡਾ ਹਰ ਇੱਕ ਇੱਕੋ ਟਾਈਮ ਦੇ ਵਿੱਚ ਤਬਾਹ ਕਰ ਸਕਦਾ। ਉਹ ਐਡਾ ਵੱਡਾ ਏ। ਉਹਨੂੰ ਤੁਸੀਂ ਭਾਵੇਂ ਜ਼ਾਲਮ ਕਹੋ, ਉਹਨੂੰ ਭਾਵੇਂ ਤੁਸੀਂ ਜੈਲਸੀ ਕਰਨ ਵਾਲਾ ਕਹੋ, ਉਹਨੂੰ ਜੋ ਮਰਜ਼ੀ ਕਹੋ, ਪਰ ਉਹ ਇਹੋ ਜਿਹਾ ਏ। ਉਹ ਜਿਹੋ ਜਿਹਾ ਹੈ ਵੀ ਸਾਨੂੰ ਉਹਨੂੰ ਉਹੋ ਜਿਹਾ ਲੈਣਾ ਪਏਗਾ। ਉਹ ਇਨਸਾਫ ਕਰਨ ਤੇ ਆਂਦਾ ਏ ਤੇ ਫਿਰ ਉਹ ਬਰਦਾਸ਼ਤ ਨਹੀਂ ਕਰਦਾ, ਫਿਰ ਉਹ ਨਹੀਂ ਵੇਂਦਾ। ਜਦੋਂ ਉਹ ਇਨਸਾਫ ਤੇ ਆਂਦਾ ਤੇ ਫਿਰ ਉਹ ਇਹ ਨਹੀਂ ਵੇਂਦਾ ਕਿ ਕਿਹੜਾ ਕੌਣ ਹੈ। ਫਿਰ ਉਹਨੇ ਇਨਸਾਫ ਵੇਖਣਾ ਸਿਰਫ, ਫਿਰ ਉਹਨੇ ਵੇਖਣਾ ਕਿ ਇਹਨੇ ਗਲਤੀ ਕੀਤੀ ਕਿ ਇਹਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ, ਉਹ ਜਿਹੜਾ ਮਰਜ਼ੀ ਹੈ। ਦੱਸਣ ਦਾ ਮਕਸਦ ਹੈ ਕਿ ਅਸੀਂ ਗੌਰ ਕਰੀਏ ਆਪਣੀਆਂ ਜ਼ਿੰਦਗੀਆਂ ਤੇ। ਪਤਰਸ ਨੇ ਇਨਕਾਰ ਕੀਤਾ, ਯਿਸੂ ਮਸੀਹ ਮੁਰਦਿਆਂ ਚੋਂ ਜ਼ਿੰਦਾ ਹੋਇਆ। 16 ਬਾਬ ਦੀ 4 ਆਇਤ ਤੋਂ ਮੈਂ ਪੜ੍ਹ ਰਿਹਾ ਵਾਂ ਕਿ ਉਹ ਟਾਈਮ ਹੈ ਜਦੋਂ ਔਰਤਾਂ ਯਿਸੂ ਮਸੀਹ ਦੀ ਕਬਰ ਤੇ ਆਈਆਂ। 4 आयत 16 बाब मरकस 16 4 आयत लिया कि जब उन्होंने निगाह की तो देखा कि पत्थर लुढ़का हुआ है क्योंकि वो बहुत ही बड़ा था, और कब्र के अंदर जाकर उन्होंने एक सफेद जवान को सफेद जामा पहने हुए दाहिनी तरफ बैठे देखा,
और नहायत हैरान हुई। उसने उनसे कहा कि ऐसी हैरान ना हो, क्योंकि यीशु नासरी को जो मसलूब हुआ था ढूंढती हो। तुम यीशु नासरी को जो मसलूब हुआ था ढूंढती हो। वो जी उठा है, वो यहाँ नहीं है। देखो, ये वो जगह है जहां उन्होंने उसे रखा था। लेकिन तुम जाकर उसके शागिर्दों और पतरस से कहो कि वो तुमसे पहले गलील को जाएगा, तुम वहीं उसे देखोगे, जैसा उसने तुमसे कहा। कि उन्हें क्या सी कि तुसी गलील दे विच मैनूं मिलोगे। वो अपने कहे दे मुताबिक जिहड़ा है वो जी उठिया ते तुसी हुण जाओ ते जाके, क्योंकि वो जिंदा हो गया, तुसी जिंदा नूं मुर्दियां च क्यों लभदे हो, ते जाओ वो अपने कहे दे मुताबिक तुहानूं गलील दे विच मिलेगा। एक बड़ी खास गल है जिहड़ी इत्थे ओहदी 7 आयत दे विच लिखिआ कि लेकिन तुम जाकर उसके शागिर्दों और पतरस से। सर, शागिर्दां दे लिस्ट चों बाहर है पतरस, वो शागिर्द नहीं है, वो इनकार करके ओहदी लिस्ट चों बाहर है। उन्हें इनकार किया ना 3 दफा। फरिश्ता आया है, वो आके उन्होंने मिले आए ते जाओ ते जाके दस दियो, जाके किन्ना नू, शागिर्दां नू जाके दसो, शागिर्दां नू ते पतरस नू दस दो जाके। हाँ, पतरस शागिर्द नहीं है, या जदों किया सी कि शागिर्दां नू जाके दसियो कि पतरस तो ओहदे विच ही सी, पर पतरस दा नाम अलग तो आया कि जाओ ते जाके शागिर्दां नू दसो ते पतरस नू भी दस देना जाके, जिन्हें इनकार कीता है ओहदा, जिन्हें अपने मुंह तो इनकार कीता है ओहदा, जिन्हें क्या है कि मैं इहनूं नहीं जानदा, ਇਹਦਾ मतलब तू वो नहीं है। ते जाके उन्होंने दसो, शागिर्दां नूं भी दस दो ते जाके पतरस नूं भी दस देना। जाओ ते जाके शागिर्दां नूं ते पतरस नूं दसना तुहाडे तो पहले वो गलील जाना जे, ते जाके ते उन्होंने उत्थे मिल लवो। तू बड़ा एक्टिव है, तू बड़े काम कीते ने, तू अपनी जिंदगी ओहदे नामे लाई, तू सारा कुछ छड्डिया, तू अपना काम कारोबार छड्डिया, अपना कराना छड्डिया, तू सारा कुछ छड्ड के आ गया है। हाँ, तू अच्छी जिंदगी गुजारी गई, बड़ा अच्छा प्रोफाइल है तेरा। खास शागिर्दां दे विचों एक शागिर्द तू रहा है, हुण है नहीं है। इस तो जाओ, औरतां नूं क्या जाओ ते जाके, क्यों? क्योंकि वो मुर्दियां चों जिंदा हो गया, तो उन्हें कहा सी कि मैं तुहाडे तो पहले गलील जावांगा। जाओ ते जाके उत्थे ओहनूं मिलो, तुहानूं उत्थे जाके मिलेगा। वो उत्थे जाओ ते जाके ओहनूं मिलो, ते जाओ ते जाके शागिर्दां नूं ते पतरस नूं कह देना कि ओह तुहानूं गलील च मिलेगा। सर, अपने मुंह तो सिर्फ उस बंदे ने इनकार किया है ते शागिर्दां दी लिस्ट जो बाहर है। आपां के च कहिए कि असीं बेटे, आपां कहिए कि साडे नाल है, सारा कुछ करके भी, अपनी जिंदगी बदियां च गुजार के भी, अपनी जिंदगी अपने तरीके नाल चला के भी असीं मर गए ते मर गए। फिर किहड़ी गल है? मरन तो बाद किहड़ी? यीशु मसीह मरिया सर, रास्तबाजी नूं पूरा करने वास्ते मरिया है, अपने आप को दे सपुर्द कीता सू, अपने आप को दे कंट्रोल ते दिता सू, मरिया है। मरन तो बाद केड़ी गल है? ते जे ओ मर गया है, वो नमूना दे के गया है कि मरो, रास्तबाजी च मरो। उन्हें जान दी, सर जान दी, ते जिन्हें जान दी ओहदे बारे को समझ भी ते लईए किहो जिहा है। ओ पतरस वर्गे एडे एक्टिव शागिर्द नूं, एडे जबरदस्त शागिर्द नूं शागिर्दां दी लिस्ट चों कढ सकदा है, सानूं बादशाही च क्यों नहीं कढ सकदा? असीं कहिए बादशाही असीं खरीदी गए, साडे नाल सिर्फ मसीह लगा है, ते असीं जिथे मर्जी जाके अपनियां मर्जियां पूरीआं करिए, असीं जो मर्जी करदे रहांगे ओह साडे नाल रहेगा। ओह लिस्ट चों बाहर है बंदा, बंदा शागिर्दां दी कैटेगरी चों बाहर है, उहनां दे विचों ओह बाहर है। आख्या जाओ ते जाके दसो, शागिर्दां नूं भी दसो ते पतरस नूं भी दसो, जो तुहानूं उत्थे मिलेगा। ਉਹ ਅਗਲੇ ਕੰਮ ਨੇ ਜਿਹੜੇ ਹੁਣ ਤੂੰ ਕਰਨੇ ਨੇ, ਉਹ ਅਗਲੀਆਂ ਗੱਲਾਂ ਜਿਹੜੀਆਂ ਹੁਣ ਹੋਣਗੀਆਂ ਉੱਥੇ। ਪਰ ਜਾ ਕੇ ਤੇ ਸ਼ਾਗਿਰਦਾਂ ਨੂੰ ਤੇ ਪਤਰਸ ਨੂੰ ਦੱਸ ਦਿਓ ਕਿ ਤੂੰ ਬੜਾ ਐਕਟਿਵ ਸੈਂ, ਤੂੰ ਬੜੇ ਕੰਮ ਕੀਤੇ ਨੇ। ਉਹ ਅਗਲੀ ਗੱਲ ਹੈ ਕਿ ਹੁਣ ਤੂੰ ਮੰਨੇਗਾ, ਹੁਣ ਤੂੰ ਕਰੇਗਾ, ਉਹ ਤੇ ਬਾਅਦ ਦੀ ਗੱਲ ਹੈ ਨਾ। ਜਿਹੜੀ ਤੂੰ ਕਰੇਗਾ ਉਹ ਤੇ ਕਰੇਗਾ, ਪਰ ਉਸ ਤੋਂ ਪਹਿਲੇ ਜਿਹੜਾ ਕੰਮ ਹੈ ਉਹ ਹੈ ਕਿ ਤੇਰੀ ਵਫਾਦਾਰੀ ਜਿਹੜੀ ਤੂੰ ਕੀਤੀ ਉਹਦੇ ਨਾਲ, तेरे उन्हां लफ्ज़ां ने वो तेरे कोल पोजीशन लै लई। हुण तू लोकां नूं बहाण वास्ते शागिर्द भावें बणिया फिर,
ਪਰ ਅਸਮਾਨ ਤੋਂ ਜਿਹੜਾ ਬੋਲਦਾ ਏ, ਜਿਹੜਾ ਰੂਹਾਨੀ ਦਾਇਰਾਕਾਰ 'ਚ ਬੋਲਦਾ ਨਾ, ਉਹ ਇੰਨੀ ਗੱਲ ਤੇ ਵੀ ਕਹਿੰਦਾ ਕਿ ਸ਼ਾਗਿਰਦ ਤੇ ਪਤਰਸ ਨੂੰ ਜਾ ਕੇ ਕਹਿ ਦੋ। ਹਾਂ ਸਰ, ਤੁਸੀਂ ਸੋਚੋ, ਇਨਕਾਰ ਹੀ ਤੇ ਕੀਤਾ ਨਾ ਉਹਨੇ, ਜ਼ਿੰਦਗੀ ਬਚਾਉਣ ਵਾਸਤੇ ਇਨਕਾਰ ਜੇ ਉਹਨੇ ਕਰ ਦਿੱਤਾ ਤੇ ਕਿਹੜਾ ਐਡਾ ਤੂਫਾਨ ਸੀ, ਏਡੀ ਅੱਛੀ ਜ਼ਿੰਦਗੀ ਵੀ ਤੇ ਉਹਨੇ ਗੁਜ਼ਾਰੀ ਹੈ ਨਾ। ਤੇ ਜੇ ਉਹਨੇ ਇਹੋ ਜਿਹੀ ਗੁਜ਼ਾਰੀ ਹੈ ਤੇ ਉਹਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ ਜਦੋਂ ਤੱਕ ਉਹ ਇਕਰਾਰ ਨਹੀਂ ਕਰੇਗਾ, ਜਦੋਂ ਤੱਕ ਉਹ ਵਾਪਸ ਨਹੀਂ ਆਏਗਾ। ਅੱਜ ਅਸੀਂ ਕਿੰਜ ਕਹੀਏ ਕਿ ਅਸੀਂ ਦੁਨੀਆਦਾਰੀ ਦੇ ਨਿਜ਼ਾਮ 'ਚ ਰੁੱਝ ਕੇ, ਦੁਨੀਆਦਾਰੀ ਦੇ ਫਿਕਰਾਂ 'ਚ, ਸੋਚਾਂ 'ਚ ਰਹਿ ਕੇ, ਖੁਦਾ ਦੀ ਮਰਜ਼ੀ 'ਚੋਂ ਬਾਹਰ ਜਾ ਕੇ ਹਰ ਇੱਕ ਕੰਮ ਕਰੀਏ, ਆਪਣੀਆਂ ਮਰਜ਼ੀਆਂ ਨੂੰ ਪੂਰਾ ਕਰੀਏ ਤੇ ਪੂਰੀਆਂ ਕਰਕੇ ਵੀ ਕਹੀਏ ਕਿ ਅਸੀਂ ਉਹਦੇ ਹੀ ਆ। ਆਪਾਂ ਪਕੀਜ਼ਗੀ ਨੂੰ ਵੇਖੀਏ ਤੇ ਉਹਦੇ ਤੋਂ ਵੱਧ ਕੌਣ ਹੈ? ਆਪਾਂ ਰਾਸਤਬਾਜ਼ੀ ਨੂੰ ਵੇਖੀਏ ਤੇ ਉਹਦੇ ਤੋਂ ਵੱਧ ਕੌਣ ਹੈ? ਆਪਾਂ ਉਹਨੂੰ ਵੇਖੀਏ ਕਿ ਜਿੰਨੇ ਗੁਨਾਹ ਤੋਂ ਬਗੈਰ ਜ਼ਿੰਦਗੀ ਗੁਜ਼ਾਰੀ ਕਿ ਤੇ ਦੁਨੀਆ ਦੇ ਵਿੱਚ ਕੋਈ ਨਜ਼ਰ ਹੀ ਨਹੀਂ ਆਏਗਾ ਯਿਸੂ ਮਸੀਹ ਤੋਂ ਇਲਾਵਾ। ਤੇ ਮੇਰਾ ਤੇ ਕਫਾਰਾ ਹੀ ਏਡਾ ਵੱਡਾ ਏ, ਮੇਰੇ ਵਾਸਤੇ ਤੇ ਜਾਨ ਦੇਣ ਵਾਲਾ ਹੀ ਏਡਾ ਵੱਡਾ ਏ। ਤੇ ਜੇ ਮੈਨੂੰ ਉਹਨੇ ਆਪਣੀ ਜਾਨ ਦੇ ਕੇ ਖਰੀਦਿਆ ਏ, ਉਹਨੇ ਮੈਨੂੰ ਲੈ ਲਿਆ ਏ, ਹੁਣ ਮੈਂ ਕੀ ਕਰ ਰਿਹਾ ਵਾ? ਮੈਂ ਆਪਣੀਆਂ ਕਿਹੜੀਆਂ ਚਾਹਤਾਂ ਨੂੰ ਮਾਰਿਆ ਏ? ਮੈਂ ਆਪਣੀਆਂ ਕਿਹੜੀਆਂ ਖਾਹਿਸ਼ਾਂ ਨੂੰ ਖਤਮ ਕੀਤਾ ਏ? ਮੈਂ ਉਹਨੂੰ ਕੀ ਦਿੱਤਾ ਏ? ਮੈਂ ਕੀ ਦਿੱਤਾ ਏ ਕਿ ਜੋ ਕੁਛ ਮੈਂ ਦਿੱਤਾ ਏ, ਮੇਰੇ ਦੇਣ ਤੇ ਫਰਿਸ਼ਤੇ ਬੋਲਣ, ਫਰਿਸ਼ਤੇ ਮੇਰੇ ਵਾਸਤੇ ਖੜੇ ਹੋਣ। ਸਰ ਜੀ, ਇਹ ਮਾਲੀ ਦਾਇਰਾਕਾਰ ਬੜੇ ਅਲੱਗ ਤਰ੍ਹਾਂ ਦੇ ਨੇ। ਸਲੀਬ ਤੇ ਯਿਸੂ ਮਸੀਹ ਨੇ ਜਾਨ ਦਿੱਤੀ, ਕੰਮ ਤੇ ਉਹਨੇ ਸਾਰਾ ਕੁਝ ਕਰ ਲਿਆ ਸੀ। ਕਿਉਂ ਉਹਨੂੰ ਕਹਿਣਾ ਪਿਆ ਕਿ ਐ ਬਾਪ ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਕੀ ਕਰਦੇ ਨੇ? ਸਰ ਤੁਸੀਂ ਮੈਨੂੰ ਦੱਸੋ, ਮਿਸਰ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ, ਮੂਸਾ ਦੇ ਥਰੂ ਮਿਸਰ ਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜਿਸ ਤਰ੍ਹਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ, ਉਹਨਾਂ ਨੂੰ ਕੱਢ ਕੇ ਖੁਦਾ ਲੈ ਆਇਆ, ਸਮੁੰਦਰ ਪਾਰ ਕਰਾ ਕੇ ਆਫਤਾਂ ਦੇ ਨਾਲ ਮਿਸਰੀਆਂ ਨੂੰ ਮਾਰ ਕੇ ਇਸਰਾਏਲੀਆਂ ਨੂੰ ਖੁਦਾ ਲੈ ਆਇਆ। ਤੇ ਨਾਫਰਮਾਨੀ ਦੇ ਉੱਤੇ ਮੂਸਾ ਨੂੰ ਹੀ ਖੁਦਾ ਕਵੇ ਕਿ ਇਹ ਲੋਕ ਮਰ ਜਾਣਗੇ, ਜਿਨ੍ਹਾਂ ਨੂੰ ਮੈਂ ਕੱਢ ਕੇ ਲੈਣਾ, ਇਹ ਸਾਰੇ ਮਰ ਜਾਣਗੇ ਤੇ ਇਹਨਾਂ ਨੂੰ ਮੈਂ ਮਾਰ ਦਿਆਂਗਾ। ਕਿਉਂ? ਕਿਉਂਕਿ ਨਾਫਰਮਾਨ ਨੇ। ਤੇ ਮੈਂ ਤੈਨੂੰ ਲੈ ਕੇ ਜਾਵਾਂਗਾ ਮੁਲਕੇ ਕਨਾਨ 'ਚ, ਜਿੱਥੇ ਮੈਂ ਲੈ ਕੇ ਜਾਣਾ ਸੀ ਇਹਨਾਂ ਨੂੰ, ਕਿਉਂਕਿ ਇਸ ਕਾਬਲ ਨਹੀਂ ਹੈ ਕਿ ਇਹ ਜਾਣ, ਇਸ ਤੋਂ ਇਹ ਇੱਥੇ ਮਰਨਗੇ। ਤੇ ਮੂਸਾ ਕੋ ਗੱਲ ਕਰੇ ਕਿ ਨਹੀਂ ਖੁਦਾਇਆ, ਇਹਨਾਂ ਨੂੰ ਲੈ ਕੇ ਜਾਈਂ। ਸਰ ਇੱਕ ਪਾਸੇ ਸਿਰਫ ਨਾਫਰਮਾਨੀਆਂ ਨੂੰ ਲੈ ਕੇ ਤੇ ਖੁਦਾ ਲੋਕਾਂ ਨੂੰ ਮਾਰਨਾ ਚਾਹੇ, ਖੁਦਾ ਲੋਕਾਂ ਨੂੰ ਮਾਰਨਾ ਚਾਹੇ ਨਾਫਰਮਾਨੀਆਂ ਨੂੰ ਲੈ ਕੇ। ਸਰ ਸੋਚੋ, ਜਦੋਂ ਫਰਮਾ ਬਰਦਾਰ, ਜਦੋਂ ਰਾਸਤਬਾਜ਼, ਜਦੋਂ ਪਕੀਜ਼ਗੀ ਦੇ ਨਾਲ ਭਰਿਆ ਹੋਇਆ ਬੇਟਾ ਸਲੀਬ ਤੇ ਆਪਣੀ ਜਾਨ ਦਿੰਦਾ ਹੋਏ, ਮਰਦਾ ਹੋਏ, ਲੋਕਾਂ ਦੇ ਹੱਥੋਂ, ਗੁਨੇਗਾਰ ਲੋਕਾਂ ਦੇ ਹੱਥੋਂ ਮਰਦਾ ਹੋਏ, ਖੁਦਾ ਕੀ ਸੋਚਦਾ ਹੋਏਗਾ ਦੁਨੀਆ ਦੇ ਬਾਰੇ ਉਦੋਂ? ਸਰ ਮੈਨੂੰ ਜਿਹੜੀ ਚੀਜ਼ ਸਮਝ ਆਈ, ਮੈਂ ਜੋ ਸਿੱਖਿਆ ਉਹ ਹੈ ਕਿ ਜਦੋਂ ਯਿਸੂ ਮਸੀਹ ਨੇ ਸਲੀਬ ਤੇ ਜਾਨ ਦਿੱਤੀ, ਉਹ ਇਸ ਤਰ੍ਹਾਂ ਦਾ ਲਮਹਾ ਸੀ, ਤੂਫਾਨ ਦਾ ਆਣਾ, ਦੁਪਹਿਰ ਦੇ ਟਾਈਮ ਹੀ ਸੂਰਜ ਤਰੀਕ ਹੋ ਜਾਣਾ, ਅੰਧੇਰਾ ਛਾ ਜਾਣਾ। ਸਰ ਜੀ, ਖੁਦਾ ਨੇ ਦੁਨੀਆ ਨੂੰ ਖਤਮ ਕਰ ਦੇਣਾ ਸੀ ਉਦੋਂ ਹੀ ਮਰ ਜਾਣੀ ਸੀ ਦੁਨੀਆ ਤਬਾਹ ਹੋ ਜਾਣਾ। ਜਿੱਥੇ ਅਸੀਂ ਆ ਕੇ ਸਾਰਾ ਕੁਝ ਕਰ ਰਹੇ ਹਾਂ, ਬਣਾ ਰਹੇ ਹਾਂ, ਸਵਾਰ ਰਹੇ ਹਾਂ, ਬਣਾ ਰਹੇ ਹਾਂ। ਸਾਡੇ ਤੋਂ ਪਹਿਲੇ ਬੜੇ ਆਏ, ਇਸ ਜਗ੍ਹਾ ਦੇ ਦਾਅਵੇ ਕਰਕੇ ਮਰ ਗਏ, ਚਲੇ ਗਏ। ਅੱਜ ਅਸੀਂ ਆਏ ਹਾਂ, ਕੱਲ ਅਸੀਂ ਚਲੇ ਜਾਵਾਂਗੇ, ਕੋਈ ਹੋਰ ਆ ਕੇ ਕਰਨਗੇ। ਫਨਾ ਦੀ ਹਾਲਤ ਦੇ ਵਿੱਚ ਦੁਨੀਆ ਪਈ ਹੈ। ਸਾਡਾ ਜਿਹੜਾ ਕੁਝ ਵੀ ਅਸੀਂ ਬਣਾਇਆ ਸਾਰਾ ਕੁਝ ਤਬਾਹ ਹੋ ਜਾਣਾ ਹੈ, ਇਹ ਸਾਰਾ ਕੁਝ ਜਾਂਦੇ ਰਹਿਣਾ ਹੈ। ਇਸੇ ਤਰ੍ਹਾਂ ਦਾ ਨਿਜ਼ਾਮ ਉਸ ਟਾਈਮ ਦੇ ਵਿੱਚ ਵੀ ਸਾਰਾ ਕੁਝ ਇਹੀ ਨਿਜ਼ਾਮ ਸੀ ਕਿ ਤਰੀਕੀ ਛਾ ਗਈ, ਦੁਪਹਿਰ ਦੇ ਟਾਈਮ ਤਰੀਕੀ ਛਾ ਗਈ, ਅੰਧੇਰਾ ਛਾ ਗਿਆ। ਉਸ ਟਾਈਮ ਮਰ ਜਾਣੀ ਸੀ ਦੁਨੀਆ, ਤਬਾਹ ਹੋ ਜਾਣੀ ਸੀ ਦੁਨੀਆ। ਸਰ ਨਾਫਰਮਾਨੀ ਤੋਂ ਇੱਕ ਟਾਈਮ ਦੇ ਵਿੱਚ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਇੱਕੋ ਟਾਈਮ ਦੇ ਵਿੱਚ ਮਾਰ ਦੇ, ਤੇ ਉਹ ਟਾਈਮ, ਜਿਸ ਟਾਈਮ ਦੇ ਵਿੱਚ ਉਹਦਾ ਪਿਆਰਾ
ਜਿਹਦੇ ਬਾਰੇ ਉਹ ਕਹਿੰਦਾ ਕਿ ਇਹ ਮੇਰਾ ਪਿਆਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ, ਜਿਹਦੇ ਬਾਰੇ ਉਹ ਗੱਲ ਕਰਦਾ ਕਿ ਇਹੀ ਮੇਰਾ ਸਾਰਾ ਕੁਝ ਹੈ। ਇਹ ਉਹ ਹੈ ਜਿਹਨੇ ਫਰਮਾ ਬਰਦਾਰੀ ਕੀਤੀ ਗਈ ਤੇ ਜਾਨ ਤੱਕ ਦੇ ਦਿੱਤੀ ਗਈ। ਸਰੋਂ ਦਿਲ ਵੇਖਣ ਤੇ ਆਏ ਤੇ ਅਬਰਾਹਮ ਦਾ ਦਿਲ ਵੇਖੇ ਕਿ ਇਹ ਮੇਰੇ ਵਾਸਤੇ ਕੀ ਕਰਦਾ ਹੈ, ਮੇਰੇ ਬਾਤੇ ਕੁਝ ਦਿੰਦਾ ਹੈ, ਮੈਨੂੰ ਬੇਟਾ ਦਿੱਤਾ ਹੈ, ਮੈਨੂੰ ਕਹਿੰਦਾ ਮੈਂ ਮੈਨੂੰ ਬੇਟਾ ਦੇ ਤੇ ਮੈਨੂੰ ਬੇਟਾ ਦਿੰਦਾ ਕਿ ਨਹੀਂ। ਅਬਰਾਹਮ ਦੀ ਵਫਾਦਾਰੀ ਵੇਖੀ ਤੇ ਉਹਨੇ ਬੇਟਾ ਨਹੀਂ ਦੇਣ ਦਿੱਤਾ ਉਹਨੂੰ, ਨਹੀਂ ਬੇਟਾ ਮੈਂ ਦੇਵਾਂਗਾ। ਉਹਨੇ ਕਿਹਾ ਬੇਟਾ ਮੈਂ ਦੇਵਾਂਗਾ, ਪਰ ਉਹਨੇ ਬੇਟਾ ਦਿੱਤਾ। ਨਾ ਫਰਮਾਨ ਦੁਨੀਆ ਵਾਸਤੇ ਬੇਟਾ ਦਿੱਤਾ, ਉਹਨੇ ਬੇਟਾ ਦੇ ਦਿੱਤਾ। ਪਰ ਜਦੋਂ ਬੇਟੇ ਦੇ ਉੱਤੇ ਸਾਰਾ ਕੁਝ ਵੇਖਿਆ, ਜਦੋਂ ਸਾਰੇ ਮਾਮਲਾਤ ਵੇਖੇ ਤੇ ਮੈਂ ਸਮਝਦਾ ਵਾਂ ਕਿ ਤਰੀਕੀ ਦਾ ਛਾਣਾ, ਮਾਹੌਲ ਦਾ ਚੇਂਜ ਹੋਣਾ, ਸਾਰਾ ਨਿਜ਼ਾਮ ਜਿਹੜਾ ਬਦਲਿਆ ਨਾ ਸਰ ਜੀ, ਦੁਨੀਆ ਤਬਾਹ ਹੋ ਜਾਣੀ ਸੀ। ਉਦੋਂ ਹੀ ਦੁਨੀਆ ਤਬਾਹ ਹੋ ਜਾਣੀ ਸੀ, ਮਾਰ ਦਿੱਤੀ ਜਾਣੀ ਸੀ, ਸਾਰੀ ਦੁਨੀਆ ਤਬਾਹ ਹੋ ਜਾਣੀ ਸੀ। ਪਰ ਬੇਟੇ ਨੇ ਜਾਣ ਲਿਆ ਕਿ ਬਾਪ ਕੀ ਕਰਨ ਲੱਗਾ ਹੈ। ਫਿਰ ਕਹਿੰਦਾ ਹੈ ਬਾਪ ਇਹਨਾਂ ਨੂੰ ਮਾਫ ਕਰ ਦੇ, ਇਹ ਨਹੀਂ ਜਾਣਦੇ ਕਿ ਕੀ ਜ਼ਰੂਰਤ ਸੀ ਉਹਨੂੰ ਇਹ ਕਹਿਣ ਦੀ। ਉਹ ਇਸੇ ਤੋਂ ਕਿਹਾ ਸੀ ਕਿ ਦੁਨੀਆ ਮਰ ਜਾਣੀ ਸੀ, ਤਬਾਹ ਹੋ ਜਾਣੀ ਸੀ, ਖੁਦਾ ਗਜ਼ਬਨਾਕ ਹੋ ਕੇ ਆਣ ਲੱਗਾ ਸੀ, ਉਹਨੇ ਤਬਾਹ ਕਰ ਦੇਣਾ ਸੀ ਸਰ ਸਾਰਿਆਂ ਨੂੰ। ਪਰ ਉਹਨੇ ਕਿਹਾ ਕਿ ਨਹੀਂ ਬਾਪ, ਇਹਨਾਂ ਨੂੰ ਮਾਫ ਕਰ, ਇਹਨਾਂ ਨੂੰ ਮਾਫ ਕਰ, ਦੇਖ ਮੈਂ ਸਾਰਾ ਕੁਝ ਕਰ ਦਿੱਤਾ ਹੈ ਨਾ, ਮਾਫ ਕਰ ਦੇ ਇਹਨਾਂ ਨੂੰ। ਤੁਸੀਂ ਸੋਚੋ, ਉਹ ਬਾਪ ਜਿਹੜਾ ਕਹਿਰ ਕਰਦਾ ਹੈ, ਜਿਹੜਾ ਸੈਨਾ ਦਾ, ਜਿਹੜਾ ਲਸ਼ਕਰਾਂ ਦਾ ਖੁਦਾ ਹੈ, ਜਿਹੜਾ ਗਜ਼ਬਨਾਕ ਖੁਦਾ ਹੈ, ਜਿਹੜਾ ਮਾਰਨ ਵਾਲਾ ਖੁਦਾ ਹੈ, ਜਿਹੜਾ ਹਲਾਕ ਕਰਨੋਂ ਬਾਜ਼ ਨਹੀਂ ਆਉਂਦਾ, ਜਿਹੜਾ ਇੰਤਕਾਮ ਲੈਣ ਵਾਲਾ ਖੁਦਾ ਹੈ, ਜਿਹੜਾ ਮਗਰੂਰਾਂ ਦਾ ਸਾਹਮਣਾ ਕਰਨ ਵਾਲਾ ਖੁਦਾ ਹੈ, ਜਿਹੜਾ ਗਜ਼ਬਨਾਕ ਹੋਣ ਵਾਲਾ ਖੁਦਾ ਹੈ, ਬੇਟੇ ਨੂੰ ਸਲੀਬ ਤੇ ਚਾੜ ਕੇ ਵੀ ਉਹਦੀ ਇਹ ਗੱਲ ਨੂੰ ਸੁਣ ਕੇ ਵੀ ਕਿ ਚਲੋ ਠੀਕ ਹੈ, ਤੂੰ ਕਹਿ ਰਿਹਾ ਹੈ, ਤੂੰ ਰਿਕਵੈਸਟ ਕਰ ਰਿਹਾ ਤੇ ਠੀਕ ਹੈ। ਸਰ ਕਿਸ ਲੈਵਲ ਦਾ ਦੁਨੀਆ ਤੇ ਗੁੱਸਾ ਹੋਣਾ ਖੁਦਾ ਨੇ, ਹਾਂ ਕਿਸ ਲੈਵਲ ਦਾ ਗੁੱਸਾ ਹੋਏਗਾ ਇਸ ਟਾਈਮ ਖੁਦਾ ਨੂੰ ਦੁਨੀਆ ਦੇ ਉੱਤੇ। ਤੇ ਉਸੇ ਟਾਈਮ ਦੇ ਵਿੱਚ ਮੈਂ ਆਵਾਂ, ਯਿਸੂ ਮਸੀਹ ਦੀ ਮੌਤ, ਉਹਦਾ ਜ਼ਿੰਦਾ ਹੋਣਾ, ਹਰ ਇੱਕ ਚੀਜ਼ ਮੇਰੇ ਸਾਹਮਣੇ ਵੇ, ਤੇ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਆਪਣੇ ਸਾਹਮਣੇ ਰੱਖ ਕੇ ਆਪਣੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰਾਂ, ਹਾਂ ਆਪਣੇ ਬੱਚਿਆਂ ਨੂੰ ਪੜਾਵਾਂ, ਆਪਣੇ ਮਾਮਲਾਤ ਵੇਖਾਂ, ਆਪਣੀ ਜ਼ਿੰਦਗੀ ਗੁਜ਼ਾਰ ਕੇ ਮਰਾਂ ਤੇ ਸੋਚਾਂ ਇਹ ਕਿ ਮੈਨੂੰ ਮਾਫ ਕਰ ਦਿੱਤਾ ਜਾਏਗਾ, ਮੈਨੂੰ ਮਾਫ ਕਰ ਦਿੱਤਾ ਜਾਏਗਾ। ਮਾਫੀ ਦਾ ਨਿਜ਼ਾਮ ਖਤਮ, ਮਾਫੀ ਵਾਲਾ ਕੰਮ ਉਹ ਕਰ ਗਿਆ ਸੀ। ਸਭ ਤੋਂ ਪਹਿਲਾ ਕੰਮ ਅਦਨ ਚ ਹੋਇਆ, ਨਾਫਰਮਾਨੀ ਹੋਈ, ਦੂਰੀ ਆ ਗਈ। ਯਿਸੂ ਮਸੀਹ ਆਇਆ, ਉਹ ਜੋੜ ਦਿੱਤਾ, ਸਲੀਬ ਤੇ ਚੜ ਕੇ ਜਾਨ ਦੇ ਕੇ ਤੁਹਾਨੂੰ ਮੋਲ ਲੈ ਲਿਆ, ਖਰੀਦ ਲਿਆ, ਖੂਨ ਬਹਾ ਕੇ ਸਾਰਾ ਕੁਝ ਕਰ ਦਿੱਤਾ, ਕੰਟਰੋਲ ਆਪਣਾ ਲੈ ਲਿਆ। ਉਹ ਕੰਟਰੋਲ ਲੈ ਕੇ ਸਾਰਾ ਕੁਝ ਕਰ ਕਰਾ ਕੇ ਐਂਡ ਤੇ ਆ ਕੇ ਵੀ ਗੱਲ ਇਹ ਹੋਏ ਕਿ ਬਾਪ ਇਹਨਾਂ ਨੂੰ ਮਾਫ ਕਰ। ਤੇ ਹੁਣ ਤੇ ਬਾਈਬਲ ਚ ਲਿਖੀ ਜਾਏ ਕਿ ਮਾਫੀ ਹੋ ਗਈ। ਹੁਣ ਕੋਈ ਕੁਰਬਾਨੀ ਨਹੀਂ ਹੈ, ਕੁਰਬਾਨੀ ਹੋਈ ਸੀ ਜਿਹੜੀ ਹੋ ਗਈ, ਕੰਮ ਹੋਈ ਸੀ ਜਿਹੜਾ ਹੋ ਗਿਆ। ਹੁਣ ਉਸ ਤੋਂ ਬਾਅਦ ਵੀ ਅਸੀਂ ਤਵੱਕੋ ਰੱਖੀਏ ਕਿ ਆਪਣੀ ਪੁੱਠੀ ਜ਼ਿੰਦਗੀ ਗੁਜ਼ਾਰ ਕੇ ਵੀ, ਬਦੀਆਂ 'ਚ ਜ਼ਿੰਦਗੀ ਗੁਜ਼ਾਰ ਕੇ ਵੀ, ਆਪਣੀ ਮਰਜ਼ੀਆਂ ਦੇ ਨਾਲ ਜ਼ਿੰਦਗੀ ਗੁਜ਼ਾਰ ਕੇ ਵੀ ਬਾਪ ਨੂੰ ਪਸੰਦ ਆਵਾਂਗੇ। ਅਸੀਂ ਸੋਚੀਏ ਕਿ ਬਾਪ ਸਾਨੂੰ ਮਾਫ ਕਰੇਗਾ, ਸੋਚਣਾ ਵੀ ਨਾ। ਮੈਂ ਤੁਹਾਨੂੰ ਦੱਸ ਦਿਆਂ, ਇਸ ਗੱਲ ਨੂੰ ਭੁੱਲ ਜੋ ਕਿ ਮਾਫੀ ਹੈ ਜੀ। ਮਾਫੀ ਵਾਲਾ ਕੰਮ ਖਤਮ ਹੋ ਗਿਆ ਅੱਜ ਦੇ ਦਿਨ, ਅੱਜ ਦੇ ਦਿਨ ਮਾਫੀ ਵਾਲਾ ਕੰਮ ਖਤਮ ਹੋ ਗਿਆ। ਹੁਣ ਮੈਰਿਟ ਦੇ ਉੱਤੇ ਭਰਤੀਆਂ ਹੋਣਗੀਆਂ, ਹੁਣ ਰਿਸ਼ਵਤਾਂ ਮੁੱਕ ਗਈਆਂ, ਹੁਣ ਉਹ ਕੰਮ ਮੁਹੱਬਤਾਂ ਵਾਲੇ ਖਤਮ ਹੋ ਗਏ। ਹੁਣ ਕੁਰਬਾਨੀ ਦੇ ਕੇ ਤੁਹਾਨੂੰ ਖਰੀਦ ਲਿਆ ਗਿਆ, ਹੁਣ ਤੁਸੀਂ ਖਰੀਦੇ ਗਏ ਹੋ। ਤੇ ਜੋ ਤੁਸੀਂ ਹੁਣ ਵੀ ਪੁੱਠਾ ਚੱਲੋ, ਮਾਰੇ ਜਾਓਗੇ ਤੁਸੀਂ। ਇਸ ਤੋਂ ਆਪਣੀ 4 ਦਿਨ ਦੀ ਜ਼ਿੰਦਗੀ ਜਿਹੜੀ ਇੱਥੇ ਵਾਲੀ ਜ਼ਿੰਦਗੀ, ਇਹ ਮਿੱਟੀ 'ਚ ਜਾ ਮਿਲਣਾ ਸਾਰਿਆਂ ਨੇ। ਇਸ ਜ਼ਿੰਦਗੀ ਦੇ ਚੱਕਰ 'ਚ ਹਜ਼ਾਰਾਂ ਸਾਲਾਂ ਦੀ ਜ਼ਿੰਦਗੀ ਨਾ ਗਵਾਉਣਾ। ਮੈਂ ਤੁਹਾਨੂੰ ਦੱਸ ਦਿਆਂ, ਬਾਦਸ਼ਾਹੀ ਦੇ ਕੰਮਾਂ ਦੇ ਵਿੱਚ ਹਿੱਸੇ ਲਵੋ, ਬਾਪ ਦੇ ਕੰਮਾਂ ਨੂੰ ਕਰਨ ਦੀ ਫਿਕਰ ਕਰੋ, ਦੁਨੀਆਦਾਰੀ ਦੇ ਨਿਜ਼ਾਮ 'ਚੋਂ ਬਾਹਰ ਨਿਕਲ ਜਾਓ, ਆਪਣੀ ਪਰਵਾਹ ਕਰੋ। ਇਸ ਗੱਲ ਦੀ ਪਰਵਾਹ ਕਰੋ ਕਿ ਅਸੀਂ ਉਹਦੇ ਆ, ਇਸ ਗੱਲ ਦੀ ਪਰਵਾਹ ਕਰੋ ਕਿ ਉਹਨੇ ਸਾਰਾ ਕੁਝ ਮੇਰੇ ਵਾਸਤੇ ਕੀਤਾ ਹੈ, ਮੇਰੀ ਮੁਹੱਬਤ ਦੇ ਵਿੱਚ ਇਸ ਤਰੀਕੇ ਦੀ ਉਹਨੇ ਮੇਰੇ ਨਾਲ ਮੁਹੱਬਤ ਕੀਤੀ ਕਿ ਉਹਨੇ ਸਾਰਾ ਕੁਝ ਕੀਤਾ ਹੈ। ਤੇ ਜੇ ਹੁਣ ਮੈਂ ਜ਼ਿੰਦਗੀ ਸਹੀ ਨਾ ਗੁਜ਼ਾਰੀ ਤੇ ਇੱਕ ਹੋਲਨਾਕ ਤਰੀਕੀ ਹੈ, ਗਜ਼ਬਨਾਕ ਅੱਗੇ ਜਿਹੜੀ ਮੇਰਾ ਇੰਤਜ਼ਾਰ ਕਰ ਰਹੀ ਹੈ, ਉਹ ਮੈਨੂੰ ਨਹੀਂ ਬਚਾਏਗਾ। ਕਿਉਂਕਿ ਮੈਨੂੰ ਬਚਾਉਣ ਵਾਸਤੇ ਜੋ ਉਹ ਕਰ ਸਕਦਾ ਸੀ ਉਹਨੇ ਕਰ ਦਿੱਤਾ ਹੈ, ਹੁਣ ਉਹ ਨਹੀਂ ਕਰੇਗਾ। ਇਸ ਤੋਂ ਮੇਰੇ ਅਜ਼ੀਜ਼ੋ, ਅੱਜ ਦੇ ਦਿਨ ਯਿਸੂ ਮਸੀਹ ਨੇ ਸਰੀਰ ਤੇ ਜਾਨ ਦੇ ਕੇ ਇਸ ਗੱਲ ਨੂੰ ਸਾਬਤ ਕੀਤਾ ਕਿ ਤੁਹਾਡੇ ਨਾਲ ਮੁਹੱਬਤ ਕਰਦਾ ਹੈ। ਆਪਣੀ ਅਗਲੀ ਜ਼ਿੰਦਗੀ ਉਹਦੀ ਮੁਹੱਬਤ 'ਚ ਗੁਜ਼ਾਰੀਏ।
ਉਹਦੇ ਨਾਲ ਮੁਹੱਬਤ ਕਰਕੇ ਗੁਜ਼ਾਰੀਏ, ਆਪਣੀ ਜ਼ਿੰਦਗੀ ਉਹਦੇ ਤਹਿਤ ਗੁਜ਼ਾਰੀਏ, ਕਿਉਂਕਿ ਇਹੀ ਉਹਦੀ ਮਰਜ਼ੀ ਹੈ। ਆਪ ਬਚੋ, ਦੂਜਿਆਂ ਨੂੰ ਬਚਾਉਣ ਵਾਲੇ ਬਣ ਜਾਓ, ਬਾਪ ਦੇ ਨਜ਼ਦੀਕ ਲਿਆਓ, ਨਹੀਂ ਤੇ ਮਾਰੇ ਜਾਵਾਂਗੇ। ਉਹਦੇ ਖੇਤ 'ਚ ਕੰਮ ਕਰੋ। ਕਿਉਂ ਲੋਕਾਂ ਨੇ ਆਪਣੀਆਂ ਜਗ੍ਹਾਵਾਂ ਵੇਚ ਕੇ ਖੁਦਾ ਨੂੰ ਦੇ ਦਿੱਤੀਆਂ ਸਨ ਯਿਸੂ ਮਸੀਹ ਦੇ ਜ਼ਿੰਦਾ ਹੋਣ ਤੋਂ ਬਾਅਦ? ਮੁਨਾਦੀ ਸੁਣ ਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜ਼ਿੰਦਗੀ ਜਿਹੜੀ ਹੈ ਨਾ, ਜੋ ਕੁਝ ਅਸੀਂ ਲਈ ਫਿਰਨੇ ਆ, ਇਹ ਸਾਰਾ ਕੁਝ ਉਹ ਹੈ ਜਿਹੜਾ ਖਤਮ ਹੋ ਜਾਣਾ ਹੈ। ਤੇ ਜੇ ਸਾਡਾ ਮਾਲਕ ਜ਼ਿੰਦਾ ਹੋ ਕੇ ਗਿਆ ਹੈ ਨਾ, ਇਹਦੇ ਨਾਲ ਵੱਡੀ ਗੱਲ ਹੀ ਕੋਈ ਨਹੀਂ। ਅਸੀਂ ਕਿਉਂ 2-4 ਸਾਲ 5 ਸਾਲ ਦੀ ਜ਼ਿੰਦਗੀ ਦੇ ਉੱਤੇ ਉਮੀਦ ਲਾ ਕੇ ਬੈਠੀਏ ਕਿ ਸਾਰਾ ਕੁਝ ਹੈ ਹੀ ਹੈ? ਜ਼ਿੰਦਗੀ ਤੇ ਉਹ ਹੈ ਜਿਹੜੀ ਉੱਥੇ ਦੀ ਹੈ। ਉਹਨਾਂ ਚੀਜ਼ਾਂ ਨੂੰ ਵੇਖ ਕੇ ਲੋਕਾਂ ਨੇ ਆਪਣਾ ਸਾਰਾ ਕੁਝ ਦਿੱਤਾ ਖੁਦਾ ਵਾਸਤੇ, ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਉਹਨਾਂ ਨੇ ਖੁਦਾ ਵਾਸਤੇ ਕਿ ਨਹੀਂ ਖੁਦਾਇਆ, ਅਸੀਂ ਤੇਰੇ ਨਾਲ ਮੁਹੱਬਤ ਕਰਨੇ ਆ, ਅਸੀਂ ਤੇਰੇ ਕੰਮਾਂ ਦੀ ਫਿਕਰ ਕਰਨੇ ਆ, ਸਾਡੀਆਂ ਜ਼ਿੰਦਗੀਆਂ ਤੇਰੇ ਵਾਸਤੇ ਕੁਰਬਾਨ, ਸਾਡਾ ਰੁਪਇਆ ਪੈਸਾ ਮਾਲ ਦੌਲਤ ਤੇਰੇ ਵਾਸਤੇ ਕੁਰਬਾਨ, ਅਸੀਂ ਤੇਰੇ ਆ। ਮੇਰੇ ਅਜ਼ੀਜ਼ੋ, ਅੱਜ ਦਾ ਟਾਈਮ ਹੈ ਕਿ ਆਪਣਾ ਧਿਆਨ ਅਸਮਾਨ ਤੇ ਲਾਈਏ। ਉਹਨੇ ਸਰੀਰ ਤੇ ਜਾਨ ਇਸ ਤੋਂ ਨਹੀਂ ਸੀ ਦਿੱਤੀ ਕਿ ਅਸੀਂ ਆਪਣੀਆਂ ਮਰਜ਼ੀਆਂ ਦੇ ਨਾਲ ਜ਼ਿੰਦਗੀ ਗੁਜ਼ਾਰੀਏ। ਉਹਨੇ ਜਾਨ ਇਸ ਤੋਂ ਦਿੱਤੀ ਸੀ ਕਿ ਅਸੀਂ ਆਪਣੇ ਆਪ ਨੂੰ ਉਹਦੇ ਸਪੁਰਦ ਕਰ ਦਈਏ, ਅਸੀਂ ਆਪਣੇ ਆਪ ਨੂੰ ਉਹਦੇ ਹੱਥਾਂ 'ਚ ਦੇ ਦਈਏ, ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰਨ ਵਾਸਤੇ ਦਿਨ ਰਾਤ ਇੱਕ ਕਰ ਦਈਏ, ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰੀਏ। ਇਹੀ ਉਹ ਚਾਹੁੰਦਾ ਹੈ। ਹਾਲੇਲੂਇਆ।